सो पंजाब के किसान इस वक्त सड़कों ते ने, पूरा पंजाब बंद हो चुका है, सेल हो चुका है। इस वक्त असीं देख सकते हैं कि गुरदासपुर जिले के किसान जिहड़े ने इत्थे बटाले के गांधी चौक के विच इकट्ठे होए ने, इत्थे एजीटेशन चल रही है। सारे पासे जो किसान जिहड़े ने अपना रोस जाहिर करते पे ने। सो आखिर किसानां दी समस्या की है, ਇਹ ਅੱਜ ਸਾਰਾ ਪੱਖ ਅਸੀਂ ਆਪ ਸੰਗਤਾਂ ਦੇ ਸਾਹਮਣੇ ਰੱਖਣ ਜਾ ਰਹੇ ਹਾਂ। ਕਿਉਂ ਕਿਸਾਨ ਅੱਜ ਸੜਕਾਂ ਤੇ ਆ ਤੇ ਕੀ ਚਾਹੁੰਦੇ ਨੇ ਤੇ ਕਿਵੇਂ ਬਚਾਈ ਜਾ ਸਕਦੀ ਹੈ ਕਿਸਾਨੀ, ਅੱਜ ਇਸ ਮਸਲੇ ਤੇ ਖੁੱਲ ਕੇ ਗੱਲਬਾਤ ਕਰਾਂਗੇ। ਕਿਸਾਨਾਂ ਦੀ ਸਮੱਸਿਆ ਅਸਲ 'ਚ ਹੈ ਕੀ ਹੈ, ਇਹਦੀ ਜੜ ਕਿੱਥੇ ਹੈ, ਉਹਨੂੰ ਅੱਜ ਫੜਨ ਦੀ ਥੋੜੀ ਜਿਹੀ ਕੋਸ਼ਿਸ਼ ਕਰਨ ਜਾ ਰਹੇ। ਨੌਜਵਾਨ ਕਿਸਾਨ ਨੇ, ਇਨੋਵੇਟਿਵ ਫਾਰਮਰ ਜਿਹੜੇ ਨੇ ਪੰਜਾਬ ਦੇ ਅਗਾਂਹ ਵਧੂ ਕਿਸਾਨ ਨੇ, ਉਹਨਾਂ ਦੇ ਗਰੁੱਪ ਵਿੱਚ ਹੀ ਸ਼ਾਮਲ ਨਹੀਂ, ਬਲਕਿ ਉਹਨਾਂ ਨੂੰ ਅਗਵਾਈ ਦੇਣ ਵਾਲੇ ਸਰਦਾਰ ਗੁਰਬਿੰਦਰ ਸਿੰਘ ਬਾਜਵਾ ਤੇ ਹੋਰ ਸਾਰੇ ਸਾਥੀ ਇਹਨਾਂ ਦੇ ਇਹ ਸਾਡੇ ਨਾਲ ਮੌਜੂਦ ਨੇ। ਇਹਨਾਂ ਪਾਸੋਂ ਜਾਣਦੇ ਆ ਕਿ ਕੀ ਮਸਲਾ ਆ ਜਿਹੜਾ ਅੱਜ ਇੱਕ ਇਤਿਹਾਸਿਕ ਬੰਦ ਮੈਂ ਸਮਝਦਾ ਕਹਿ ਸਕਦਾ, ਕਿਉਂਕਿ ਬਟਾਲਾ ਸ਼ਹਿਰ ਜਿਹੜਾ ਇਹਦਾ ਬੰਦ ਹੋਣਾ ਇਹ ਬੜਾ ਔਖਾ ਸੀਗਾ, ਆਪਾਂ ਸਾਰੇ ਜਾਣਦੇ ਆ। ਸੋ ਇਤਿਹਾਸਿਕ ਬੰਦ ਹੋਇਆ ਪੰਜਾਬ ਦੇ ਵਿੱਚ, ਤੇ ਇਹਦੀ ਜੜ ਕਿੱਥੇ ਹੈ ਜੀ? मेरा नाम गुरबिंदर सिंह बाजवा और जंग इनोवेटिव फार्मर ग्रुप जिहड़ा साडा सारे उत्तरी भारत 'ਚ फैलिया ते गुरदासपुर जिले का जिहड़ा वो किसान संद बैंक गुरदासपुर जिहड़ा छोटे किसानां दा ये जिहड़ा अज बंद होया आ, जिस तरह वीर जी तुसीं कहा, असल दे विच ਇਹ ਇਤਿਹਾਸਕ ਬੰਦ ਸਫਲ ਹੋਣ ਦਾ ਸਭ ਤੋਂ ਵੱਡਾ ਜਿਹੜਾ ਇਹਦੇ ਪਿੱਛੇ ਕਾਰਨ ਉਹ ਇਹ ਆ ਕਿ ਇਹਦਾ ਸੇਕ ਜਿਹੜਾ ਨਾ ਇਹ ਸਾਰੀਆਂ ਹੱਦਾਂ ਸਰਹੱਦਾਂ ਲੰਘ ਕੇ ਤੇ ਹਰ ਇੱਕ ਬੰਦੇ ਤੱਕ ਚਲਾ ਗਿਆ। ਪਹਿਲਾਂ ਆਮ ਬੰਦਿਆਂ ਨੂੰ ਇਹ ਹੁੰਦਾ ਸੀਗਾ ਵੀ ਸ਼ਾਇਦ ਜਿਹੜੇ ਕਿਸਾਨ ਨੇ ਇਹ ਬੇਫਜ਼ੂਲ ਰੌਲਾ ਪਾਉਂਦੇ ਨੇ, ਤੇ ਸਾਡਾ ਕੰਮ ਹੈ ਉਤਪਾਦਨ ਕਰਨਾ, ਜਿਨ੍ਹਾਂ ਨੇ ਸਾਤੋਂ ਚੁੱਕ ਕੇ ਤੇ ਗਾਂ ਉਪਭੋਗਤਾ ਤੱਕ ਕੰਜ਼ਿਊਮਰ ਤੱਕ ਪਹੁੰਚਾਉਣਾ ਹੀ, ਤੇ ਜਿਹੜੇ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਮਜ਼ਦੂਰਾਂ ਨੂੰ ਇੱਕ ਰੋਜ਼ਗਾਰ ਮਿਲਦਾ ਸੀ, ਉਹਨਾਂ ਸਾਰਿਆਂ ਤੇ ਸਾਡੇ ਤੋਂ ਵੀ ਪਹਿਲਾਂ ਖਤਰਾ ਆ ਗਿਆ। ਅਸੀਂ ਤਾਂ ਪੈਦਾ ਕਰਨਾ ਹੀ ਕਰਦੇ ਹੀ ਰਹਿਣਾ ਆ। ਉਹ ਵੱਖਰੀ ਗੱਲ ਆ ਕਿ ਰੇਟ ਕਿੰਨਾ ਮਿਲਦਾ ਜਾਂ ਕਿਹੜਾ ਕਾਰਪੋਰੇਟ ਆ ਕੇ ਸਾਨੂੰ ਲੁੱਟਦਾ ਇਹਨਾਂ ਬਿੱਲਾਂ ਦੇ ਵਿੱਚ ਜੋ ਕੁਝ ਮੋਦੀ ਨੇ ਉਹਨਾਂ ਦੇ ਹੱਕ ਦੇ ਵਿੱਚ ਲਿਖ ਦਿੱਤਾ ਆ। ਪਰ ਇਹ ਜਿਹੜਾ ਸੇਕ ਆ ਇਹ ਵੱਡੇ ਜਿਹੜੇ ਸ਼ੈਲਰਾਂ ਵਾਲੇ ਤੇ ਜਿਹੜੇ ਆੜ੍ਹਤੀ ਸੀ ਜਿਹੜੇ ਪਹਿਲਾਂ ਇਹ ਮਹਿਸੂਸ ਨਹੀਂ ਕਰਦੇ, ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਲੱਗ ਰਿਹਾ। ਇਸ ਕਰਕੇ ਜਿੰਨੇ ਕਿਸਾਨ, ਮਜ਼ਦੂਰ, ਵਪਾਰੀ, ਆੜ੍ਹਤੀ, ਸ਼ੈਲਰ ਮਾਲਕ ਨੇ ਉਹ ਸਾਰੇ ਇਕਜੁੱਟ ਹੋ ਕੇ ਤੇ ਇਸ ਵਿਰੋਧ ਵਿੱਚ ਆਏ ਨੇ। ਹਾਂ, ਮੈਨੂੰ ਲੱਗਦਾ ਇਹ ਗੱਲ ਇੱਕ ਤੱਥ ਇਹ ਵੀ ਬੜਾ ਅਹਿਮ ਹੈ, ਕਿਉਂਕਿ ਅਕਸਰ ਇਹ ਸਮਝਿਆ ਜਾਂਦਾ ਹੈ ਕਿਸਾਨ ਬੜੀ ਦੇਰ ਤੋਂ ਆਪਣੇ ਸੰਘਰਸ਼ ਲੜਦਾ ਆ ਰਿਹਾ, ਪਰ ਇਸ ਢੰਗ ਦੇ ਨਾਲ ਇੱਕ ਅਵਾਮੀ ਸੰਘਰਸ਼ ਬਣ ਗਿਆ, ਜਿਸ ਢੰਗ ਦੇ ਨਾਲ ਟਰੈਕ ਰੋਕੇ ਗਏ ਨੇ, ਸੜਕਾਂ ਰੋਕੀਆਂ ਗਈਆਂ ਨੇ, ਸ਼ੰਭੂ ਬਾਰਡਰ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਧਰਨਾ ਚੱਲ ਰਿਹਾ, ਇੱਕ ਮਤਲਬ ਜਿਹਨੂੰ ਇੱਕ ਇਨਕਲਾਬ ਵੀ ਮੈਂ ਸਮਝਦਾ ਜੇ ਕਹਿ ਦਈਏ। ਤੇ ਕੀ ਕਹੋਗੇ ਬਾਜਵਾ ਸਾਹਿਬ ਤੁਸੀਂ ਇਹਦੇ ਬਾਰੇ? ਭਾਜੀ ਗੱਲ ਸਾਰੀ ਬੜੀ ਵਧੀਆ ਹੈ, ਜਿੰਨੀਆਂ ਵੀ ਖਬਰਾਂ ਆ ਬੜੀਆਂ ਉਤਸ਼ਾਹ ਦੇਣ ਵਾਲੀਆਂ, ਬੜਾ ਖੁਸ਼ ਕਰਨ ਵਾਲੀਆਂ, ਪਰ ਕਿਤੇ ਨਾ ਕਿਤੇ ਫਿਕਰ ਵੀ ਆ। ਅੱਜ ਜੋ ਹੋਰ ਵੀ ਵਰਤਾਰੇ ਵੇਖ ਰਹੇ ਆ ਵੀ ਇਹ ਜਿਹੜਾ ਬੜੇ ਲੰਮੇ ਸਮੇਂ ਬਾਅਦ ਇੱਕ ਸੁਰ ਦੇ ਵਿੱਚ ਇਹ ਜਿਹੜਾ ਰੋਸ ਉੱਠਿਆ ਨਾ ਪੰਜਾਬ ਦੇ ਪਿੰਡਾਂ ਸ਼ਹਿਰਾਂ ਚੋਂ, ਤੇ ਸਾਰੇ ਵਰਗ ਸ਼ਾਮਲ ਨੇ। ਮੈਨੂੰ ਇਹਦਾ ਹੁਣ ਇਹ ਡਰ ਲੱਗਾ ਰਹਿੰਦਾ ਵੀ ਕੁਛ ਜਿਹੜੇ ਸ਼ੈਤਾਨ ਲੋਕ ਨੇ, ਇਹ ਸਿਆਸੀ ਤਾਕਤਾਂ ਇਸ ਵਿਰੋਧ ਨੂੰ ਹਾਈਜੈਕ ਕਰਕੇ ਜਾਂ ਇਹਨੂੰ ਕਮਜ਼ੋਰ ਨਾ ਕਰਨ, ਇਹਨੂੰ ਛਿੰਨ ਭਿੰਨ ਨਾ ਕਰ ਦੇਣ, ਕਿਉਂਕਿ ਇਸੇ ਵਿਰੋਧ ਨੇ ਤੈਅ ਕਰਨਾ ਆ ਵੀ ਅੱਗੇ ਆਪਾਂ ਜਦੋਂ ਇਹਦੀ ਚਰਮ ਸੀਮਾ ਤੇ ਜਾਣਾ ਆ ਤੇ ਫੇਰ ਕਿਤੇ ਜਾ ਕੇ ਸਾਨੂੰ ਕੋਈ ਨਤੀਜਾ ਹਾਸਲ ਹੋਣਾ ਆ। ਪਰ ਜੇ ਪਹਿਲਾਂ ਹੀ ਕੋਈ ਬੰਦਾ ਚਾਲ ਖੇਡ ਗਿਆ ਇਸ ਦੇ ਨਾਲ, ਜਿੱਦਾਂ ਅੱਜ ਕਈ ਸਿਆਸੀ ਪਾਰਟੀਆਂ ਨੇ ਜਾਣ ਬੁੱਝ ਕੇ ਆਪਣੇ ਝੰਡੇ ਹੇਠ ਇਕੱਠ ਕੀਤੇ ਆ, ਉਹ ਕਿਸਾਨਾਂ ਦੇ ਹਮਦਰਦ ਨਹੀਂ ਗੇ। ਆ ਬਟਾਲੇ ਦੇ ਵਿੱਚ ਅੱਜ ਜਿਹੜਾ ਪ੍ਰਦਰਸ਼ਨ ਹੋ ਰਿਹਾ, ਨਿਰੋਲ ਕਿਸਾਨ ਆਏ ਨੇ ਔਰ ਸਾਰੀਆਂ ਜਿਹੜੀਆਂ ਆਪਣੀਆਂ ਪਾਰਟੀਆਂ ਭਾਵੇਂ ਕਿਸੇ ਨਾਲ ਵੀ ਉਹਨਾਂ ਦੀ ਵਫਾਦਾਰੀ ਆ, ਸਾਰਿਆਂ ਨੂੰ ਇੱਕ ਪਾਸੇ ਰੱਖ ਕੇ ਆਏ ਨੇ। ਵੋਟ ਪਾਉਣੀ ਆ ਜਿਹਨੂੰ ਮਰਜ਼ੀ ਪਾਓ, ਪਰ ਇੱਥੇ ਤੇ ਰੌਲਾ ਤੇ ਆ ਗਿਆ ਥਾਲੀ ਵਿੱਚ ਰੋਟੀ ਦਾ, ਤੇ ਜਦੋਂ ਢਿੱਡ 'ਚ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਇਸ ਕਰਕੇ ਇਹ ਹੁਣ ਸਮਝਣ ਦੀ ਗੱਲ ਆ, ਕਾਫੀਆਂ ਨੂੰ ਸਮਝ ਆ ਗਈ ਆ, ਜਿਹੜੇ ਰਹਿੰਦੇ ਆ ਉਹ ਵੀ ਸਮਝ ਜਾਣਗੇ। ਇਹਦਾ ਤੁਸੀਂ ਕੀ ਸਮਝਦੇ ਹੋ ਕਿ ਇਹਦੇ ਸਾਰੇ ਘਟਨਾਕ੍ਰਮ ਦੇ ਵਿੱਚ ਦੋਸ਼ੀ ਕਿਹਨੂੰ ਮੰਨਦੇ ਹੋ, ਕਿ ਕਿੰਨੇ ਇਹ ਸਾਰੀ ਖੇਡ ਖੇਡੀ ਆ ਕਿ ਜਿਹੜਾ ਕਿਸਾਨ ਨੂੰ ਕੱਖੋਂ ਹੌਲਾ ਕਰ ਦਿੱਤਾ ਇਹਨੇ? ਦੇਖੋ, ਸਵਾਲ ਤੁਹਾਡਾ ਬੜਾ ਵਾਜਬ ਆ, ਪਰ ਮੈਂ ਕੋਈ ਸਿਆਸੀ ਟਿੱਪਣੀ ਨਾ ਦਿੰਦੇ ਹੋਏ, ਕਿਉਂਕਿ ਸਾਰਿਆਂ ਨੂੰ ਪਤਾ ਆ ਵੀ ਇਹ ਕਿਹਨਾਂ ਦੀ ਮਿਲੀ ਭੁਗਤ ਨਾਲ ਹੋਇਆ ਆ।
ਕੌਣ ਇਹਦੇ ਪਹਿਲਾਂ ਗੁਣਗਾਨ ਕਰ ਰਹੇ ਸੀ, ਕਿੰਨਾ ਨੇ ਬਾਅਦ ਚ ਯੂ ਟਰਨ ਲਏ ਆ, ਕਿੰਨਾ ਨੇ ਇਸ ਗੱਲ ਦੀ ਪੈਰਵਾਈ ਕੀਤੀ ਆ। ਇਸ ਪ੍ਰਕਿਰਿਆ ਦੇ ਵਿੱਚ ਨਾ ਜਿਹੜਾ ਸਭ ਤੋਂ ਜ਼ਿਆਦਾ ਦੁਖਦਾਈ ਪੱਖ ਆ, ਮੈਂ ਇੱਕ ਛੋਟਾ ਕਿਸਾਨ ਹੋਣ ਦੇ ਨਾਤੇ, ਅਸੀਂ ਸਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੀ ਸਭ ਤੋਂ ਘੱਟ ਲੈਂਡ ਹੋਲਡਿੰਗ ਆ। ਇੱਥੇ 5 4 5 7 ਕਿੱਲਿਆਂ ਦੇ ਮਾਲਕ ਨੇ। ਇਹ ਮਾਲਵੇ ਵਾਂਗੂ 50 50 60 60 ਕਿੱਲੇ ਨਹੀਂ ਹੈਗੇ ਸਾਡੇ ਕੋਲ। ਸਾਨੂੰ ਪੁੱਛਿਆ ਤੱਕ ਨਹੀਂ ਗਿਆ। ਅਸੀਂ ਤੇ 5 5 ਕਿੱਲਿਆਂ ਵਾਲੇ ਅੱਗੇ ਇਕੱਠੇ ਹੋ ਕੇ ਬੜਾ ਔਖੇ ਹੋ ਕੇ ਆੜਤੀਆਂ ਦੇ ਸਿਰ ਤੇ ਜਾਂ ਕੁਝ ਹੋਰ ਜਿਹੜੇ ਬੰਦੇ ਆ ਵਿੱਚ ਉਹਨਾਂ ਦੇ ਸਿਰ ਤੇ ਆਪਣਾ ਟਾਈਮ ਪਾਸ ਕਰਨ ਦੇ ਆ। ਇਹਨਾਂ ਨੇ ਜੇ ਸਾਨੂੰ ਸਾਡਾ ਭਲਾ ਕਰਨਾ ਹੀ, ਜਾਂ ਜੋ ਇਹ ਦਾਵਾ ਕਰ ਰਹੇ ਆ ਵੀ ਇਹਨਾਂ ਆਰਡੀਨੈਂਸਾਂ ਦੇ ਵਿੱਚ ਅਸੀਂ ਤੁਹਾਨੂੰ ਇੱਕ ਆਜ਼ਾਦੀ ਦਿੱਤੀ ਆ, ਆਜ਼ਾਦੀ ਕਾਦੀ ਆ? ਤਥਾਕਥਿਤ ਆਜ਼ਾਦੀ ਆ। ਉਹਦੇ ਜਿਹੜੇ ਤਿੰਨੇ ਪੱਖ ਨੇ, ਮੈਂ ਚੌਥਾ ਜੇ ਬਿਜਲੀ ਨੂੰ ਨਹੀਂ ਛੇੜਦਾ, ਭਾਵੇਂ ਮਨ ਮੰਡੀ ਵਨ ਨੇਸ਼ਨ ਆ ਜਾਂ ਕੰਟਰੈਕਟ ਫਾਰਮਿੰਗ ਆ ਜਾਂ ਸਟੋਰੇਜ ਦਾ, ਉਹ ਛੋਟੇ ਕਿਸਾਨ ਦਾ ਪੱਖ ਤੇ ਕਿਤੇ ਵੀ ਨਹੀਂ ਪੂਰਦੇ ਜਾਪਦੇ। ਜੇ ਤੁਸੀਂ ਕਿਸਾਨ ਦੇ ਸਕੇ ਹੋ, ਜੇ ਤੁਸੀਂ ਇੰਨੀਆਂ ਚੀਜ਼ਾਂ ਉਹਦੇ ਵਿੱਚ ਧਰਾਵਾਂ ਜੋੜੀਆਂ ਨੇ, ਸੁਧਾਰ ਕੀਤੇ ਆਪਣੇ ਵੱਲੋਂ, ਤੁਸੀਂ ਕਹਿੰਦੇ ਹੋ ਕਿ 10 ਦੇ ਵਿੱਚ 8 ਗੱਲਾਂ ਬਹੁਤ ਵਧੀਆ ਕਿਸਾਨ ਲਈ, ਮੈਂ ਵੀ ਮੰਨ ਲੈਣਾ 8 ਵਧੀਆ, ਪਰ ਮੈਂ ਉਸ 8 ਵਧੀਆ ਨੂੰ ਕੀ ਕਰਾਂ ਜਦੋਂ 2 ਮਾੜੀਆਂ ਉਹ 8 ਨੂੰ ਵੀ ਲੈ ਕੇ ਬਹਿ ਰਹੀਆਂ। ਸੋ ਜਿਹੜਾ ਸਭ ਤੋਂ ਵੱਡੀ ਗੱਲ ਹੁੰਦੀ ਆ ਇਹਨਾਂ ਦਾ ਜਿਹੜਾ ਖੌਤੀ ਰੌਲਾ ਨਾ, MSP ਜਾਰੀ ਰਹੂਗੀ ਜਾਰੀ ਰਹੂਗੀ। MSP ਇੱਕ ਇਹੋ ਜੀ ਚੀਜ਼ ਹੈ ਜਿਹੜੀ ਅੱਗੇ ਹੀ ਸਾਰੇ ਹਿੰਦੁਸਤਾਨ ਦੇ 100 ਕਿਸਾਨਾਂ ਚੋਂ 6% ਕਿਸਾਨ ਉਹਦਾ ਫਾਇਦਾ ਉਠਾ ਰਹੇ ਸੀ। ਔਰ ਫਾਇਦਾ ਕਾਹਦਾ ਉਠਾ ਰਹੇ? ਉਹਨਾਂ 6% ਕਿਸਾਨਾਂ ਦੇ ਵਿਸ਼ਵਾਸ ਦਾ ਫਾਇਦਾ ਸੈਂਟਰ ਗਵਰਨਮੈਂਟ ਉਠਾ ਰਹੀ ਸੀ। ਜਿਹੜੇ ਸੈਂਟਰਲ ਪੂਲ ਹੈ, ਜਿਹੜੇ ਅੱਜ ਦਮਕਜੇ ਮਾਰ ਰਹੇ ਆ ਕਿ 3 ਸਾਲ ਦਾ ਸਾਡੇ ਕੋਲ ਬਫਰ ਸਟਾਕ ਆ, ਇਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਬੇਸਿਕ ਉਹ MSP ਦੇ ਰਿਜ਼ਾਈਨ ਕਰਕੇ ਬਫਰ ਸਟਾਕ ਆ। ਤੁਸੀਂ ਜਿਹੜੇ 94% ਬਾਕੀ ਹਿੰਦੁਸਤਾਨ ਦੇ ਨੇ ਕਿਸਾਨ, ਉਹਨਾਂ ਕੋਲ ਬਫਰ ਸਟਾਕ ਇਕੱਠਾ ਕਰਕੇ ਦੱਸੋ ਤਾਂ। ਹੁਣ ਇਹ ਜਿਹੜੇ 6% ਹੀ ਤੁਸੀਂ ਇਹਨਾਂ ਨੂੰ ਵੀ ਉਸ 94 ਵਿੱਚ ਵਾੜ ਕੇ ਤੇ ਕਾਰਪੋਰੇਟਸ ਦੇ ਤੁਸੀਂ ਹਵਾਲੇ ਕਰਕੇ ਤੇ ਉਹਨਾਂ ਦੇ ਰਹਿਮੋ ਕਰਮ ਤੇ 2 ਗੱਲਾਂ ਮਾੜੀਆਂ। ਇੱਕ ਤੇ ਸਰਕਾਰ ਵਿੱਚੋਂ ਬਿਲਕੁਲ ਮੰਨਫੀ ਹੁੰਦੀ ਜਾਪ ਰਹੀ ਆ, ਕਿਉਂਕਿ ਕੁਝ ਦੇਰ ਬਾਅਦ ਤੁਸੀਂ ਦੇਖਿਓ ਲੋਕਾਂ ਦੇ ਦਿਮਾਗ 'ਚ ਇਹ ਗੱਲ ਆਉਣੀ ਸ਼ੁਰੂ ਹੋ ਜਾਣੀ ਆ ਕਿ ਜਦੋਂ ਸਰਕਾਰ ਦੀ ਇਹ ਸਾਰੇ ਵਰਤਾਰੇ 'ਚ ਜ਼ਿੰਮੇਵਾਰੀ ਕੋਈ ਨਹੀਂ ਤੇ ਮੈਂ ਸਰਕਾਰ ਚੁਣਾ ਹੀ ਕਿਉਂ? ਵਿਧਾਨ ਸਭਾਵਾਂ ਦਾ ਤੇ ਲੋਕ ਸਭਾਵਾਂ ਦੀਆਂ ਇਲੈਕਸ਼ਨਾਂ ਦਾ ਮਤਲਬ ਕੀ ਰਹਿ ਗਿਆ? ਫੈਡਰਲ ਜਿਹੜਾ ਢਾਂਚਾ ਆ, ਸੰਘੀ ਢਾਂਚਾ ਰਾਂਝਾ ਦਾ, ਉਹਦਾ ਬਿਲਕੁਲ ਜ਼ੀਰੋ ਹੈ ਇਸ ਆਰਡੀਨੈਂਸ ਦੀ ਵਜ੍ਹਾ ਕਰਕੇ। ਉਹਨਾਂ ਕੋਲ ਬਹਾਨਾ ਆ ਜਾਣਾ ਵੀ ਸਾਡੇ ਕੋਲ ਤਾਂ ਕੋਈ ਅਧਿਕਾਰ ਹੀ ਨਹੀਂ। ਜੇ ਅਧਿਕਾਰ ਨਹੀਂ ਆ ਤੇ ਫਿਰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿਓ ਸਾਰੇ ਮੁਲਕ ਨੂੰ। ਹੁਣ ਜਦੋਂ ਇਹ MSP ਕਹਿੰਦੇ ਨਹੀਂ ਚਲਦੀ ਰਹੇਗੀ ਚਲਦੀ ਰਹੇਗੀ, ਅਸੀਂ ਨਹੀਂ ਇਹ ਗੱਲ ਨੂੰ ਕਬੂਲ ਕਰਕੇ ਰਾਜੀ। ਇਹ ਮੂੰਹ ਜ਼ਬਾਨੀ ਗੱਲ ਹੈ। ਜਦੋਂ ਤੁਸੀਂ ਇੰਨੇ ਜ਼ਿਆਦਾ ਸੁਧਾਰ, ਇੰਨੇ ਆਰਡੀਨੈਂਸ ਬਣਾਤੇ ਆ ਤੇ ਫਿਰ ਇੱਕ ਲੈਣ ਵਿੱਚ ਸ਼ਾਮਲ ਕਰਨ ਚ ਕੀ ਸਮੱਸਿਆ ਹੈ ਕਿ ਕੋਈ ਵੀ ਹਿੰਦੁਸਤਾਨ ਦੇ ਵਿੱਚ ਪ੍ਰਾਈਵੇਟ ਅਦਾਰਾ ਜਾਂ ਸਰਕਾਰੀ ਅਦਾਰਾ ਸਰਕਾਰ ਦੀ ਨੀਅਤ ਕੀਤੀ ਹੋਈ MSP ਤੋਂ, ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਖਰੀਦੇਗਾ ਤੇ ਉਹ ਕਾਨੂੰਨੀ ਜੁਰਮ ਹੋਏਗਾ। ਸਾਡੀ ਇਹ ਵੀ ਇੱਕ ਬੜੀ ਵੱਡੀ ਬੇਇੱਜ਼ਤੀ ਆ ਕਿਸਾਨ ਭਾਈਚਾਰੇ ਦੀ। ਅੱਜ ਤੱਕ ਸਾਨੂੰ ਮੁੱਲ ਵੀ ਮਿਲ ਰਿਹਾ, ਦੇਖੋ ਮਿਨੀਮਮ ਸਪੋਰਟ ਪ੍ਰਾਈਸ। ਤੁਸੀਂ ਮੈਕਸਿਮਮ ਤੇ ਸਾਨੂੰ ਕੀ ਖੜਨਾ, ਤੁਸੀਂ ਮਿਨੀਮਮ ਤੋਂ ਵੀ ਸਾਨੂੰ ਮਾਰ ਦੇਣ ਲੱਗੇ ਜੇ। ਇਹ ਪਤਾ ਨਹੀਂ ਕੌਣ ਸਲਾਹ ਕਰ ਬੈਠਾ ਉੱਥੇ। ਇੱਕ ਗੱਲ ਬੜੀ ਨੁਕਤੇ ਦੀ ਜਿਹੜੀ ਬਾਜਵਾ ਸਾਹਿਬ ਨੇ ਕੀਤੀ ਹੈ, ਜਦੋਂ ਆਪਾਂ ਚੀਜ਼ ਖਰੀਦਦੇ ਉਹਦੇ ਤੇ MRP ਲਿਖਿਆ ਹੁੰਦਾ, ਮੈਕਸਿਮਮ ਰਿਟੇਲ ਪ੍ਰਾਈਸ, ਤੇ ਕਿਸਾਨ ਕੋ ਮਿਨੀਮਮ ਪ੍ਰਾਈਸ ਤੇ ਲਿਆ ਜਾਂਦਾ ਤੇ ਉੱਥੇ ਮੈਕਸਿਮਮ ਤੇ ਦਿੱਤਾ ਜਾਂਦਾ। ਇਹ ਇਸ ਗੱਲ ਨੂੰ ਸਮਝਣ ਦੀ ਲੋੜ ਹੈ, ਸਾਰੇ ਪੰਜਾਬੀਆਂ ਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਕਿਸਾਨ ਅੱਜ ਕਿਉਂ ਸੜਕਾਂ ਤੇ ਆ, ਉਹਦਾ ਦਰਦ ਕੀ ਹੈ। ਇਹ ਦਰਦ ਵੀ ਮੈਂ ਸਮਝਦਾ ਹੈ ਤਾਂ ਬੜਾ ਪੁਰਾਣਾ, ਪਰ ਮੈਂ ਜ਼ਰੂਰ ਚਾਹਾਂਗਾ ਪੂਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਸ ਵਕਤ ਤੁਹਾਨੂੰ ਸੁਣਦੀਆਂ ਪਈਆਂ ਨੇ। ਇਹ ਦਰਦ ਹੈ ਕਿ ਕਿਸਾਨ ਕਿੱਥੇ ਮਰਦਾ ਪਿਆ, ਕਿਉਂ ਜ਼ਹਿਰ ਖਾਣ ਡਿਆ, ਅੰਨਦਾਤਾ ਕਿਉਂ ਜ਼ਹਿਰ ਖਾ ਰਿਹਾ। ਦੇਖੋ ਇਹ ਜਿਹੜੀ ਦੇਸ਼ ਦਾ ਢਿੱਡ ਭਰਨ ਦੇ ਨਾਂ ਤੇ ਉਸ ਜ਼ਖਮ ਦੇ ਉੱਤੇ ਮਲਮ ਸੀ ਨਾ, ਇੱਕ ਹਲਕਾ ਜਿਹਾ ਖਰੀਂਡ ਹੀ ਸੀਗਾ। ਹੁਣ ਇਹਨਾਂ ਨੇ ਉਹ ਖਰੀਂਡ ਨੂੰ ਖੁਰਚ ਦਿੱਤਾ ਆ ਇਸ ਵਿਸ਼ਵਾਸ ਤੇ ਵੀ ਸਾਨੂੰ ਇਹਨਾਂ ਦੇ ਤੇ ਲੋੜ ਨਹੀਂ ਕਿ ਅਸੀਂ ਦੂਜੇ ਪਾਸਿਓਂ ਪੂਰੇ ਕਰ ਲਾਂਗਾ। ਹੁਣ ਤੁਸੀਂ ਦੇਸ਼ ਵਿਦੇਸ਼ ਦੀ ਗੱਲ ਕੀਤੀ ਆ, ਮੈਂ ਇੱਕ ਆਪਣੀ ਬੇਨਤੀ ਸਾਰੇ ਜਿਹੜੇ ਸਾਡੀ NRI ਸੰਗਤ ਬੈਠੀ ਆ, ਮੈਂ ਉਹਨਾਂ ਨੂੰ ਵੀ ਕਰਨਾ ਚਾਹੁੰਦਾ। ਤੁਸੀਂ ਵੀਰੋ ਇੱਕ ਪੰਜਾਬ ਦੀ ਤਬਦੀਲੀ ਦੇ ਨਾਂ ਤੇ ਹੁਣ ਤੇ ਅਫੀਸ਼ੀਅਲੀ ਦੱਸਿਆ ਜਾ ਰਿਹਾ ਕਿ 6000 ਕਰੋੜ ਰੁਪਈਆ ਇੱਕ ਪਾਰਟੀ ਨੇ ਚੰਦੇ ਦੇ ਰੂਪ 'ਚ ਇਕੱਠਾ ਕੀਤਾ ਸੀ। ਉਹ ਭਰਾਓ ਮੇਰੇ, ਉਹ 12600 ਪਿੰਡ ਆ, ਉਹ ਕਿਤੇ 6000 ਕਰੋੜ ਰੁਪਈਆ ਪਿੰਡਾਂ 'ਚ ਹੀ ਲਾਇਆ ਹੁੰਦਾ, ਉੱਥੇ ਹੀ ਕਿਸੇ ਨੂੰ ਪ੍ਰੇਰਿਆ ਹੁੰਦਾ ਕੋਈ 10 ਬੰਦੇ ਇੱਕ ਪਿੰਡ 'ਚ ਇਕੱਠਾ ਕਰ ਲੈਣ। ਹੁਣ ਇਹ ਆਰਡੀਨੈਂਸ ਕੀ ਕਹਿ ਰਿਹਾ? ਇਹ ਕਹਿੰਦੇ ਆ ਕਿ ਕਿਸਾਨ ਵੀ FPO ਤੇ FPCs, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਾਂ ਤੇ ਫਾਰਮਰ ਪ੍ਰੋਡਿਊਸਰ ਕੰਪਨੀਆਂ ਬਣਾਉਣ। ਤੁਸੀਂ ਉਹਨਾਂ ਨੂੰ ਟਾਈਮ ਦਿੰਦੇ
ਉਹਨਾਂ ਦਾ ਮਾਈਂਡਸੈਟ ਸੈੱਟ ਕਰਦੇ। ਤੁਸੀਂ ਜੂਨ ਦੇ ਵਿੱਚ ਫੈਸਲਾ ਕਰਦੇ ਜੇ ਤੇ 2 ਮਹੀਨਿਆਂ ਦੇ ਵਿੱਚ ਤੁਸੀਂ ਇਹਦਾ ਆਰਡੀਨੈਂਸ ਬਿੱਲ ਪਾਸ ਕਰਾ ਕੇ ਤੇ ਲਾਗੂ ਵੀ ਕਰ ਦਿੰਦੇ ਜੇ। ਤੁਸੀਂ ਕਿਸਾਨ ਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਕੰਪਨੀਆਂ ਦੇ ਮਾਲਕ ਲੱਗੇ ਬਣਾਉਣ, ਅਸੀਂ ਤੁਹਾਡੇ ਕੋਲ ਖਰੀਦਦਾਰੀ ਕਰਾਂਗੇ। ਤੁਸੀਂ ਉਹਨਾਂ ਨੂੰ ਪਹਿਲਾਂ ਇੱਕ ਅਜੀਬ ਜਿਹੇ ਗਦੀਗੇੜ ਚ ਪਾਇਆ, ਮੁਲਕ ਦਾ ਢਿੱਡ ਭਰ ਲਈ, ਔਰ ਉਸ ਚੱਕਰ 'ਚ ਉਹਨਾਂ ਨੇ ਜੋ ਆਪਣੀ ਜ਼ਮੀਨ ਦਾ, ਆਪਣੀ ਸਿਹਤ ਦਾ ਤੇ ਆਪਣਾ ਆਰਥਿਕ ਸ਼ੋਸ਼ਣ ਕੀਤਾ ਆ, ਉਹਦਾ ਕੋਈ ਸਰਵੇ ਹੀ ਨਹੀਂ, ਕੋਈ ਲੇਖਾ ਚੋਖਾ ਹੀ ਨਹੀਂ। ਤੇ ਹੁਣ ਇੱਕਦਮ ਆ ਕੇ ਉਹ ਗੱਲ ਕਰਤੀ ਆ ਕਿ ਅੰਬ ਚੂਸ ਲਿਆ ਚੰਗੀ ਤਰ੍ਹਾਂ ਤੇ ਗਿੜਕ। ਹੁਣ ਅਸੀਂ ਕਹਿ ਰਹੇ ਹਾਂ ਗਿੜਕ ਹੀ ਛੱਡ ਦਿਓ, ਗਿੜਕ ਤੋਂ ਦੁਬਾਰਾ ਬੂਟਾ ਬਣਾ ਲਾਂਗੇ। ਇਹ ਤਾਂ ਗਿੜਕ ਵੀ ਨਹੀਂ ਦੇਖ ਰਾਜੀ ਹੈਗੇ। ਇਹ ਸਮੱਸਿਆ, ਇਹ ਦੁੱਖ ਹੈ ਸਾਡਾ। ਛੋਟੇ ਫਾਰਮਰ ਜਿਹੜਾ ਆ, ਇਹ ਕਹਿ ਰਿਹਾ ਜੀ ਜਿੱਥੇ ਮਰਜ਼ੀ ਵੇਚੋ। 2 ਕਿੱਲੇ ਵਾਲਾ ਬੰਦਾ ਜੇ 30 ਕੁਇੰਟਲ ਉਪਜਿਆ, ਮੈਂ ਸਵਾਲ ਕਰਦਾ ਇਹਨਾਂ ਨੂੰ ਵੀ ਜੇ ਉਹ, ਚਲੋ ਮੈਂ ਚੱਲ ਜਾਣਾ ਜੀ ਹਰਿਆਣੇ ਵੇਚਣ, ਜਿਹੜੇ ਮੇਰੇ ਪਿੰਡ ਤੋਂ ਲੈ ਕੇ ਬਟਾਲੇ ਤੋਂ ਲੈ ਕੇ ਹਰਿਆਣਾ ਤੱਕ ਦੇ ਟੋਲ ਪਲਾਜ਼ੇ ਆ, ਉਹ ਤੁਸੀਂ ਆ ਗਡਕਰੀ ਸਾਹਿਬ ਨੇ ਪਿੱਛੇ ਜੀ ਟਰੈਕਟਰ ਟਰਾਲੀ ਤੇ ਵੀ ਲਾਤਾ ਸੀ ਤੇ ਰੌਲਾ ਪੈਣ ਕਰਕੇ ਵਾਪਸ ਲਿਆ ਸੀ। ਇਹ ਸਾਨੂੰ ਟੋਹ ਰਹੇ ਆ, ਚੁੰਡੀਆਂ ਵੱਢ ਰਹੇ ਆ ਕਿ ਭਲਾ ਇਹ ਕਿੰਨੇ ਕੁ ਖੱਸੀ ਹੋ ਗਿਆ। ਸਾਰਾ ਮੁਲਕ ਹੋ ਜਾਊਗਾ, ਪੰਜਾਬ ਨਹੀਂ ਕਦੀ ਹੋਇਆ ਤੇ ਨਾ ਹੋਣਾ। ਹੁਣ ਤੁਸੀਂ ਉਧਰ ਨੂੰ ਮੈਂ ਟਰੈਕਟਰ ਟਰਾਲੀ ਲੈ ਕੇ ਜਾਊਂਗਾ ਵੀ 30 ਕੁਇੰਟਲ ਭਰ ਕੇ ਹਰਿਆਣੇ 'ਚ, ਫਿਰ ਕੀ ਗਰੰਟੀ ਆ ਕਿ ਜਿਹੜਾ ਉੱਥੇ ਬੈਠਾ ਪ੍ਰਾਈਵੇਟ ਖਰੀਦਦਾਰ ਉਹ ਮੈਨੂੰ ਉਸ ਦਿਨ ਮੌਕੇ ਤੇ ਉਹ ਉਹਨਾਂ ਮੁੱਲ ਦੇ ਦੂਗਾ ਜਿਹੜਾ ਉਹਨੇ 3 ਦਿਨ ਪਹਿਲਾਂ ਨੈਟ ਦੇ ਉੱਤੇ ਸ਼ੋਅ ਕੀਤਾ। ਇਹ ਕਹਿੰਦੇ ਤੁਸੀਂ ਸਟਾਕ ਐਕਸਚੇਂਜ ਨਾਲ ਜੁੜੋ। ਇਹ ਉਹ ਚੀਜ਼ਾਂ ਕਰਵਾ ਰਹੇ ਆ ਕਿ ਬੜੀ ਮੁਸ਼ਕਲ। ਮੈਂ ਬੰਦੂਕ ਚਲਾਉਣੀ ਸਿੱਖੀ ਆ, ਇਹ ਕਹਿੰਦੇ ਤੁਸੀਂ ਟੈਂਕ ਚਲਾਓ। ਉਹ ਮੈਨੂੰ ਟ੍ਰੇਨਿੰਗ ਤੇ ਦਿਓ, ਮੈਂ ਚਲਾ ਲੂੰਗਾ ਟੈਂਕ। ਇੱਕ ਆਮ ਜਿਹੜਾ ਕਿਸਾਨ ਹੈ ਉਹਦੀ ਪ੍ਰੋਬਲਮ ਇਹ ਆ, ਇਹਨਾਂ ਨੇ ਯਕਦਮ ਹੀ ਵੀ ਇਹ ਕੋਈ ਗੱਲ ਨਹੀਂ, ਇਹਨਾਂ ਦੀ ਬੰਦੂਕ ਵੀ ਖੋਨੇ ਆ, ਇਹ ਕੰਮ ਨਹੀਂ ਹੋਣਾ ਔਰ ਇਹ ਬੈਕਫਾਇਰ ਕਰੇਗਾ ਇਹਨਾਂ ਨੂੰ। ਜੇ ਸਾਰਾ ਪੰਜਾਬ ਇੱਕ ਮਤ ਹੋ ਗਿਆ, ਜੇ ਆ ਸਿਆਸੀ ਸਗੂਪਿਆਂ ਦੇ ਚੜਾਵੇ ਨਾ ਚੜਿਆ, ਜੇ ਕਿਤੇ ਸਾਰੇ ਪਿੰਡਾਂ 'ਚ ਏਕਤਾ ਹੋ ਜੇ, 12,600 ਪਿੰਡਾਂ ਦੇ ਵਿੱਚੋਂ ਮਤੇ ਪੈ ਕੇ ਜਾਣ ਪੰਚਾਇਤਾਂ ਦੇ, ਗ੍ਰਾਮ ਸਭਾਵਾਂ ਦੇ, ਤੇ NRI ਵੀਰ ਸਾਡੇ ਮਗਰ ਖਲੋ ਜਾਣ, ਤੇ ਅਸੀਂ 1 ਸਾਲ ਦੇ ਵਿੱਚ ਇਹਨਾਂ ਨੂੰ ਗੋਡਿਆਂ ਤੇ ਲਿਆ ਦੇਾਂਗੇ। ਅਸੀਂ ਬੀਜਦੇ ਨਹੀਂ ਆਪਣੇ ਲੋਟ ਦਾ, ਅਸੀਂ ਬਾਜ਼ਾਰ ਹੀ ਗਾਇਬ ਕਰ ਦੇਣਾ ਪਿੰਡਾਂ 'ਚੋਂ। ਵੇਚ ਕੇ ਦੱਸੋ ਕਿਹੜੀ ਚੀਜ਼ ਵੇਚਦੇ ਜੇ? ਸਾਰਾ ਕੁਝ ਅਸੀਂ ਆਪ ਪੈਦਾ ਕਰ ਲਾਂਗੇ। ਲੂਣ ਪੈਦਾ ਕਰਨ ਵਾਲਾ ਵੀ ਕਿਸਾਨ ਹੀ ਆ ਰਾਜਸਥਾਨ ਦਾ। ਸਾਡੇ ਕੋਲ ਕਣਕ ਲੈ ਜੂ, ਚੌਲ ਲੈ ਜੂ, ਸਾਨੂੰ ਲੂਣ ਦੇ ਦੂਗਾ। ਇਹਨਾਂ ਨੂੰ ਪਤਾ ਲੱਗ ਜੂ ਇਹਨਾਂ ਦੇ ਮੌਲ ਤੇ ਇਹਨਾਂ ਦੀਆਂ ਜਿਹੜੀਆਂ ਬਾਕੀ ਚੀਜ਼ਾਂ ਸਾਰੀਆਂ, ਇਹ ਜਿਹੜੀਆਂ ਸਾਡੇ ਕੋਲ 10 ਰੁਪਏ ਲੈ ਕੇ ਮੱਕੀ ਤੇ 200 ਰੁਪਏ ਦਾ ਦਿੰਦੇ ਆ ਨਾ ਸਿਨੇਮਾ ਹਾਲ ਦੇ ਵਿੱਚ ਫੁੱਲਿਆਂ ਦਾ, ਇਹਨਾਂ ਨੂੰ ਲੱਗੇਗਾ ਪਤਾ। ਇਹ ਤਾਂ ਹੀ ਆ, ਇਹ ਉਹ ਗੱਲ ਹੋਣੀ ਆ। ਮੈਂ ਇੱਥੇ ਵੀ ਗੱਲ ਕੀਤੀ ਅੱਜ ਗਾਂਧੀ ਚੌਂਕ ਬਟਾਲਾ ਦੇ ਵਿੱਚ। ਅਖੀਰੀ ਹੱਲ ਸਾਡੇ ਕੋਲ ਆ ਵੀ ਗਾਂਧੀ ਵਾਂਗੂ ਨਾ ਮਿਲਵਰਤਨ ਲਹਿਰ ਚਲਾਉਣੀ ਪਏਗੀ। ਅਸੀਂ ਆਖਣਾ ਕਿ ਜੇ ਤੁਸੀਂ ਸਾਨੂੰ ਭੁੱਖਿਆ ਮਾਰਨਾ ਨਾ, ਅਸੀਂ ਭੁੱਖੇ ਮਰ ਜਾਾਂਗੇ ਪਰ ਤੁਹਾਡੀ ਰੋਟੀ ਨਹੀਂ ਖਾਣੀ, ਆਪਣੀ ਪੈਦਾ ਕਰਕੇ ਖਾਵਾਂਗੇ। ਸੋ ਬਿਲਕੁਲ ਇਸ ਵੇਲੇ ਪੂਰੇ ਜੋਸ਼ ਦੇ ਵਿੱਚ ਹੈ ਕਿਸਾਨ ਪੰਜਾਬ ਦਾ, ਕਿਉਂਕਿ ਗੱਲ ਉੱਥੇ ਆ ਚੁੱਕੀ ਹੈ, ਮਰਦਾ ਕੀ ਨਹੀਂ ਕਰਦਾ। ਇੱਕ MSP ਹੀ ਸੀ ਪੰਜਾਬ ਦਾ ਜਿਹੜਾ ਛੋਟਾ ਕਿਸਾਨ ਆ, ਉਹਨੂੰ ਇਹ ਸੀਗਾ ਕਿ ਹਾਂ ਮੈਂ ਇੰਨਾ ਕੁ ਬੀਜ ਲਿਆ, ਇੰਨਾ ਕੁ ਮੈਨੂੰ ਆ ਜਾਣਾ, ਤੇ ਜੋ ਉਹ ਵੀ ਚੀਜ਼ ਉਹਦੇ ਕੋਲ ਖੋਲ ਹੀ ਜਾਏਗੀ ਤੇ ਫਿਰ ਜਦੋਂ ਪਾਣੀ ਸਿਰਾਂ ਤੋਂ ਲੰਘ ਜੇ, ਫਿਰ ਇਦਾਂ ਦੇ ਇਨਕਲਾਬ ਆਉਂਦੇ ਨੇ ਜਿਹੜੇ ਅੱਜ ਆਪਾਂ ਦੇਖ ਰਹੇ ਹਾਂ ਸਾਰਾ ਪੰਜਾਬ। ਇੱਕ ਗੱਲ ਹੋਰ ਮੈਂ ਚਾਹਾਂਗਾ, ਕੈਮਰੇ ਦੀ ਨਿਗਾਹ ਜੇ ਇੱਧਰ ਨੂੰ ਘੁਮਾ ਕੇ ਦੇਖਿਆ ਜਾਏ, ਆ ਸਾਰਾ ਬਾਜ਼ਾਰ ਅੱਜ ਬੰਦ ਹੈ। ਇੱਥੇ ਇਹ ਬਾਜ਼ਾਰ ਬੰਦ ਹੈ ਕਿਉਂਕਿ ਬਾਜ਼ਾਰ ਨੂੰ ਵੀ ਪਤਾ ਲੱਗ ਗਿਆ ਕਿ ਇਹ ਰੋਜ਼ੀ ਰੋਟੀ ਜਿਹੜੀ ਬਾਜ਼ਾਰ ਵਾਲਿਆਂ ਦੀ ਉਹ ਵੀ ਕਿਸਾਨੀ ਤੇ ਚੱਲਦੀ ਆ। ਸੋ ਅੱਜ ਸਾਰੇ ਬਾਜ਼ਾਰਾਂ ਦੇ ਵਿੱਚ ਜਿਹੜੀ ਸੁੰਨ ਪਈ ਹੋਈ ਹੈ ਪੰਜਾਬ ਦੇ ਬਾਜ਼ਾਰਾਂ ਦੇ ਵਿੱਚ, ਉਹ ਦੱਸਦੀ ਪਈ ਹੈ ਕਿ ਇਹ ਗੱਲ ਹੁਣ ਉਹ ਇਕੱਲੇ ਕਿਸਾਨ ਦੀ ਨਹੀਂ ਰਹਿ ਗਈ। ਸਭ ਨੂੰ ਪਤਾ ਲੱਗ ਗਿਆ ਕਿ ਜੇ ਜੱਟ ਦੇ ਘਰ ਦਾਣੇ ਆਉਣੇ ਆ, ਜੱਟ ਦੇ ਘਰ ਪੈਸੇ ਆਉਣੇ ਆ, ਤੇ ਉਹੀ ਪੈਸੇ ਇਹਨਾਂ ਬਾਜ਼ਾਰਾਂ ਦੇ ਵਿੱਚ ਆਉਣੇ। ਉਹਦੇ ਨਾਲ ਹੀ ਕਿਸੇ ਨੇ ਕੱਪੜਾ ਖਰੀਦਣਾ ਵਾ, ਉਹਦੇ ਨਾਲ ਹੀ ਕਿਸੇ ਨੇ ਹੋਰ ਸਾਜੋ ਸਮਾਨ ਖਰੀਦਣਾ, ਕੋਈ ਹੋਰ ਕਾਰਜ ਕਰਨੇ ਨੇ। ਸੋ ਇਸ ਆਰਥਿਕਤਾ ਦਾ ਧੁਰਾ ਆਪਾਂ ਇਹਨੂੰ ਮੰਨ ਸਕਦੇ ਹਾਂ ਕਿ ਆਰਥਿਕਤਾ ਦਾ ਧੁਰਾ ਜਦੋਂ ਹੁਣ ਟੁੱਟਦਾ ਨਜ਼ਰ ਆ ਰਿਹਾ, ਤੇ ਫਿਰ ਇਹ ਸਾਰਾ ਕੁਝ ਇਸ ਚੀਜ਼ ਦੇ ਵਿੱਚ ਸ਼ਾਮਲ ਹੋਇਆ। ਅੱਜ ਦੇ ਬੰਦ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖ ਰਹੇ ਹੋ, ਜਿਹੜਾ ਅੱਜ ਸਾਰੇ ਪਾਸੇ ਇਸ ਢੰਗ ਦਾ ਬੰਦ ਹੈ? ਭਾਜੀ ਮੈਂ ਸਮਝਦਾ ਵੀ ਇਹ ਸਾਰਾ ਪੰਜਾਬੀ ਸਮਾਜ ਇਹ ਜਾਤਾਂ ਵਰਗਾਂ ਸਿਆਸਤਾਂ ਤੋਂ ਕੰਮਾਂ ਧੰਦਿਆਂ ਤੋਂ ਉੱਤੇ ਉੱਠ ਕੇ ਸਾਰਿਆਂ ਨੇ ਮਹਿਸੂਸ ਕਰ ਲਿਆ ਕਿ ਬਾਜ਼ਾਰ ਦੇ ਵਿੱਚ ਬਹਾਰ ਕਿਹਦੇ ਨਾਲ ਆ। ਮੈਂ ਇਹਨਾਂ ਲੋਕਾਂ ਦਾ ਧੰਨਵਾਦ ਕਰਦਾ ਆ, ਪਰ ਜਿਹੜੇ ਸੋਸ਼ਲ ਮੀਡੀਆ ਉੱਤੇ ਉਹ ਕੁਝ ਬੰਦੇ ਬੈਠੇ ਆ ਜਿਨ੍ਹਾਂ ਨੇ ਕਿਸਾਨਾਂ ਨੂੰ ਸਾਰੀ ਦੁਨੀਆ ਤੋਂ ਮਿਲ ਰਹੇ ਸਮਰਥਨ ਦੀ ਰਿਦਮ ਤੋੜਨਾ ਅਤੇ ਆ ਇੱਕ ਕਪਲ ਚੈਲੰਜ ਚਲਾਤਾ। ਔਰ ਕਈ ਬੰਦੇ ਉਹ ਜਿਨ੍ਹਾਂ ਨੇ ਕਦੀ ਜ਼ਿੰਦਗੀ 'ਚ ਆਪਣੀ ਫੋਟੋ ਨਹੀਂ ਪਾਈ, ਆਪਣੀਆਂ ਘਰ ਵਾਲੀਆਂ ਨਾਲ ਦੰਦੀਆਂ ਕੱਢ ਕੇ ਫੋਟੋਆਂ ਪਾ ਰਹੇ ਆ।
ਇਹ ਸਾਡੀ ਰਿਦਮ ਨਹੀਂ ਇਹਨਾਂ ਤੋੜ ਸਕਦੇ। ਇਹ ਚਾਹੀਦਾ ਕੀ ਆ, ਕਿਸੇ ਸਿਆਣੇ ਨੇ ਕਿਹਾ ਸੀ ਵੀ ਕਿਸਾਨਾਂ ਨੂੰ ਪੈਲੀਆਂ ਦੇ ਵਿੱਚ ਰੁੱਝੇ ਰਹਿਣ ਦਿਓ। ਔਰ ਵੀਰ ਜੀ ਮੈਂ ਤੁਹਾਨੂੰ ਮੈਂ ਦੱਸ ਦਵਾਂ, ਮੈਂ 7 ਸਾਲ ਫੌਜ ਦੇ ਵਿੱਚ ਨੌਕਰੀ ਕੀਤੀ ਆ। ਮੈਂ ਇਹ ਗੱਲ ਗਰੰਟੀ ਨਾਲ ਕਹਿ ਦਿੰਦਾ ਆ, ਜੇ ਖੇਤੀ ਖਤਮ ਹੋ ਗਈ ਤਾਂ ਫੌਜ ਵਾਸਤੇ ਰਾ ਮਟੀਰੀਅਲ ਨਹੀਂ ਮਿਲਣਾ। ਤੁਹਾਨੂੰ ਕੌਣ ਬੰਦਾ ਮਿਲੇਗਾ ਬਾਰਡਰਾਂ ਦੇ ਉੱਤੇ ਜਾਨ ਦੇਣ ਵਾਲਾ? ਜਿੰਨੀਆਂ ਵੀ ਹਿੰਦੁਸਤਾਨ ਦੀਆਂ ਅਲੀਟ ਫੋਰਸਸ ਨੇ, ਭਾਵੇਂ ਪੈਰਾ ਕਮਾਂਡੋ ਹੈ, ਸਪੈਸ਼ਲ ਫੋਰਸਸ ਹੈ, NSG ਆ, ਜਿੰਨੇ ਬੰਦੇ ਆ ਸਾਰੇ ਦੇ ਸਾਰੇ ਉੱਤਰੀ ਭਾਰਤ ਚੋਂ ਜਾਂਦੇ ਆ, ਕਿਉਂਕਿ ਇਹ ਖੇਤੀ, ਇਹ ਮਿੱਟੀ ਆ ਜਿਹੜੀ ਬੰਦੇ ਨੂੰ ਸਰੀਰਕ ਰੂਪ ਚ, ਮਾਨਸਿਕ ਰੂਪ ਚ ਤਗੜਾ ਉਹ ਕਰਦੀ ਆ, ਉਹਨੂੰ ਮਾਨਸਿਕ ਰੂਪ ਚ ਵੀ ਤਗੜਾ ਕਰਦੀ ਆ, ਉਹ ਝਟਕੇ ਸਹਿਣ ਦੇ ਸਮਰੱਥ ਹੁੰਦਾ। ਇਹਨਾਂ ਨੂੰ ਬਹੁਤ ਜਲਦੀ ਪਤਾ ਲੱਗ ਜਾਣਾ ਕਿ ਇਹਨਾਂ ਨੇ ਇੱਕ ਗੰਗੋਤਰੀ ਖਤਮ ਕਰ ਲੈਣੀ ਆ, ਜਿਹੜੀ ਨਾ ਸਿਰਫ ਅਨਾਜ ਦਿੰਦੀ ਹੀ ਬਲਕਿ ਇਸ ਮੁਲਕ ਦੀਆਂ ਸਰਹੱਦਾਂ ਵਾਸਤੇ ਨੌਜਵਾਨ ਮੁੰਡੇ ਵੀ ਦਿੰਦੀ। ਬਿਲਕੁਲ, ਜੈ ਜਵਾਨ ਜੈ ਕਿਸਾਨ ਦਾ ਨਾਰਾ ਇੱਕ ਉਹ ਪ੍ਰਧਾਨ ਮੰਤਰੀ ਸੀ ਜਿਨ੍ਹਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਮਾਰਿਆ ਸੀ, ਤੇ ਅੱਜ ਇੱਕ ਪ੍ਰਧਾਨ ਮੰਤਰੀ ਹੈ ਜਿਹੜਾ ਜਵਾਨਾਂ ਦੀ ਵੀ ਕਮਜ਼ੋਰ ਕਰਦਾ ਦਿਖ ਰਿਹਾ ਤੇ ਜਿਹੜਾ ਕਿਸਾਨਾਂ ਦੀ ਰੀੜ ਦੀ ਹੱਡੀ ਤੋੜਦਾ ਨਜ਼ਰ ਆ ਰਿਹਾ। ਸੋ ਇਹ ਸਾਰਾ ਹਾਲ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਪਏ। ਹੋਰ ਵੀ ਬਹੁਤ ਸਾਰੀਆਂ ਵਿਚਾਰਾਂ ਸਾਂਝੀਆਂ ਕਰਨੀਆਂ ਨੇ। ਬਾਜਵਾ ਸਾਹਿਬ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਕਿ ਇਹ ਸੰਘਰਸ਼ ਜਿਹੜਾ ਕੋਈ ਆਪਣੇ ਨਤੀਜੇ ਤੇ, ਕੋਈ ਸਾਰਥਕ ਨਤੀਜੇ ਤੇ ਪਹੁੰਚੇਗਾ। ਸੋ ਕਿਸਾਨ ਆਖਰ ਚਾਹੁੰਦਾ ਕੀ ਆ, ਇਹਦੇ ਬਾਰੇ ਗੱਲ ਕਰਨ ਦੇ ਵਾਸਤੇ ਸਾਡੇ ਨਾਲ ਬਹੁਤ ਸਾਰੇ ਪਤਵੰਤੇ ਕਿਸਾਨ, ਛੋਟੇ ਕਿਸਾਨ, ਵੱਡੀ ਜ਼ਮੀਨ ਵਾਲੇ ਵੀ ਸਾਰੇ, ਕਿਉਂਕਿ ਇਹ ਝਟਕਾ ਇਦਾਂ ਦਾ ਕਿ ਸਾਰਿਆਂ ਨੂੰ ਲੱਗ ਰਿਹਾ ਤੇ ਇਹਦੇ ਬਾਰੇ ਗੱਲ ਕਰਦੇ ਆ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੋਗੇ? ਚਾਹੁੰਦੇ ਕੀ ਹੋ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਕੇਂਦਰ ਸਰਕਾਰ ਮੋਦੀ ਦੀ ਅਗਵਾਈ ਹੇਠ ਕਿਸਾਨੀ ਨੂੰ ਮਾਰਨ ਜਾ ਰਹੀ ਆ, ਪੂਰੇ ਦੇਸ਼ ਨੂੰ ਮਾਰਨ ਜਾ ਰਹੀ ਆ, ਉਹਦੇ ਵਿਰੁੱਧ ਵਿੱਚ ਅੱਜ ਅਸੀਂ ਐਜੀਟੇਸ਼ਨਾਂ ਲੜ ਰਹੇ ਹਾਂ। ਸਾਨੂੰ 3 ਮਹੀਨੇ ਹੋ ਗਏ ਨਿਕਲਿਆ ਹੋਇਆਂ ਨੂੰ। ਇਹਨੇ 3 ਇਹੋ ਜਿਹੇ ਮਾੜੇ ਕਾਨੂੰਨ ਬਣਾਏ ਨੇ ਜਿਹਦੇ ਨਾਲ ਕਿਸਾਨ ਨੂੰ ਪਹਿਲੇ ਨੰਬਰ ਤੇ ਕੰਗਾਲ ਕਰਨਾ, ਮੰਡੀਕਰਨ ਤੋੜਨ ਜਾ ਰਿਹਾ। ਮੰਡੀਕਰਨ ਟੁੱਟਦਾ ਤੇ ਸਾਡੀ ਬਹੁਤ ਵੱਡੀ ਲੁੱਟ ਹੋਣੀ ਆ। ਜਿਹੜੀ ਸਾਡੀ ਫਸਲ ਅੱਜ 2000 ਨੂੰ ਵਿਕ ਰਹੀ ਆ, ਉਹ 800-900 ਨੂੰ ਵੀ ਨਹੀਂ ਪ੍ਰਾਈਵੇਟ ਘਰਾਣਿਆਂ ਨੇ ਖਰੀਦਣੀ। ਦੂਜੇ ਨੰਬਰ ਤੇ ਆ ਕਿ ਇਹ ਸਟਾਕੇਜ ਦੀ ਖੁੱਲ ਦੇ ਰਿਹਾ, ਨਾ ਵਰਤ ਰਿਹਾ ਕਿਸਾਨ ਦਾ। ਪਹਿਲੇ ਨੰਬਰ ਤੇ ਵੀ ਪਹਿਲੇ ਆਰਡੀਨੈਂਸ ਦਾ ਜਿਹੜਾ ਪਹਿਲਾ ਪੁਆਇੰਟ ਆ ਵੀ ਕਿਸਾਨਾਂ ਨੂੰ ਮੰਡੀ ਇੱਕ ਦੇਸ਼ ਕਰ ਰਿਹਾ। ਕਿਸਾਨਾਂ ਨੂੰ ਪਹਿਲਾਂ ਵੀ ਕੋਈ ਬੰਦਸ ਨਹੀਂ, ਕਿਸਾਨ ਜਿੱਥੇ ਮਰਜ਼ੀ ਆਪਣਾ ਮਾਲ ਵੇਚ ਸਕਦਾ ਸੀ। ਦੂਜੇ ਨੰਬਰ ਵਾਲਾ ਜਿਹੜੀ ਸਟਾਕੇਜ ਦੀ ਖੁੱਲ ਦੇ ਰਿਹਾ, ਉਹਦੇ 'ਚ ਵੀ ਕਿਸਾਨ ਨੂੰ ਕੋਈ ਪਾਬੰਦੀ ਨਹੀਂ, ਕਿਸਾਨ ਜਿੰਨਾ ਮਰਜ਼ੀ ਮਾਲ ਸਟਾਕ ਕਰ ਸਕਦਾ ਹੈ। ਪਰ ਕਿਸਾਨ ਆਰਥਿਕ ਪੱਖ ਤੋਂ ਇੰਨਾ ਮਜਬੂਰ ਸੀਗਾ ਕਿ ਉਹ ਕਮਜ਼ੋਰ ਆ ਕੇ ਉਹ ਕਰ ਹੀ ਨਹੀਂ ਸਕਦਾ। ਉਹਦੇ ਕੋਲ ਕੋਈ ਗਡਾਊਨ ਨਹੀਂ ਤੇ ਨਾ ਤੇ ਉਹਦੇ ਕੋਲ ਪੈਸਾ ਹੀ ਹੈਗਾ। ਤੀਜੇ ਨੰਬਰ ਵਾਲਾ ਜਿਹੜਾ ਆ ਉਹ ਕੰਟਰੈਕਟ ਫਾਰਮਿੰਗ, ਜਿਹੜਾ ਇਹਦੀ ਬਹੁਤ ਮਾੜੀ ਨੀਤ ਨਾਲ ਇਹਨੇ ਆਰਡੀਨੈਂਸ ਪੇਸ਼ ਕਰਨ ਜਾ ਰਿਹਾ। ਸ਼ੁਰੂਆਤ ਮੰਡੀ ਤੋੜਨ ਤੋਂ ਐਂਡ ਜਿਹੜਾ ਇਹਦਾ ਸੋਚ ਆ, ਜਿਹੜੀ ਮੇਨ ਸਾਡੀਆਂ ਜ਼ਮੀਨਾਂ ਹੜੱਪਣ ਤੱਕ ਦੀ ਆ, ਉਹ 'ਚ ਕੰਟਰੈਕਟ ਫਾਰਮਿੰਗ ਲਿਆਉਣਾ ਚਾਹੁੰਦਾ। ਕੰਟਰੈਕਟ ਫਾਰਮਿੰਗ 'ਚ ਪਹਿਲੇ ਨੰਬਰ ਤੇ ਇਹਨੇ ਕੰਪਨੀਆਂ ਦੇ ਅਧੀਨ ਸਾਨੂੰ ਕਰ ਦੇਣਾ। ਕੰਪਨੀਆਂ ਆਪਣੇ ਬੀਜ, ਖਾਦਾਂ, ਦਵਾਈਆਂ ਸਾਨੂੰ ਦੇਣਗੀਆਂ ਤੇ ਉਹ ਕੁਆਲਿਟੀ ਸਾਡੇ ਕੋਲੋਂ ਮੰਗਣਗੀਆਂ। ਕੁਆਲਿਟੀ ਜਦੋਂ ਮੰਗਣਗੀਆਂ, ਇਹਨਾਂ ਨੇ ਐਗਰੀਮੈਂਟ ਕਰ ਲੈਣਾ ਕਿ ਤੁਹਾਡੀ ਫਸਲ ਅਸੀਂ 2000 ਨੂੰ ਜਾਂ ਜੋ ਵੀ ਉਸ ਵੇਲੇ ਫਸਲ ਦਾ ਰੇਟ ਹੋਊ ਇਹਨੂੰ ਖਰੀਦਾਂਗੇ। ਪਰ ਜਦੋਂ ਇਹਨਾਂ ਦੇ ਸੈਲੋਆਂ ਤੇ ਆਉਣਾ, ਜਿੱਥੇ ਇਹਨਾਂ ਨੇ ਪ੍ਰਾਈਵੇਟ ਮੰਡੀ ਹੋਣੀ ਆ, ਇਹਨਾਂ ਨੇ ਮਰਜ਼ੀ ਨਾਲ ਉਹ ਸਾਡੀ ਕੁਆਲਿਟੀ ਫੇਲ ਕਰਕੇ, ਰਿਜੈਕਟ ਕਰਕੇ, ਉਸ ਢੰਗ ਨਾਲ ਇਹਨੇ ਸਾਡੀ ਲੁੱਟ ਕਰਨੀ। ਫਿਰ ਇਸ ਤੋਂ ਅੱਗੇ ਫਿਰ ਇਹਨੇ ਕਹਿ ਦੇਣਾ ਕਿ ਕਿਸਾਨ ਨੂੰ ਖੇਤੀ ਨਹੀਂ ਕਰਨੀ ਆਉਂਦੀ, ਇਹਦੇ ਕੋਲ ਕੁਆਲਿਟੀ ਨਹੀਂ ਬਣਦੀ। ਇਹ ਹੁਣ ਅਸੀਂ ਕੰਪਨੀਆਂ ਵਾਲੇ ਆਪ ਕਰਕੇ ਦੱਸਦੇ ਤੁਹਾਨੂੰ। ਉਹਦੇ ਵਿੱਚ ਇਹਨਾਂ ਆਰਡੀਨੈਂਸਾਂ 'ਚ ਬਕਾਇਦਾ ਲਿਖਿਆ ਹੋਇਆ ਕਿ ਜਿੰਨੀ ਵੀ ਜ਼ਮੀਨ ਠੇਕੇ ਤੇ ਲੈਣੀਆਂ ਚਾਹੁਣ ਇਹ ਕੰਪਨੀਆਂ, ਉਨੀਆਂ ਸਰਕਾਰ ਦਵਾਊਗੀ। ਉਹਦੇ ਵਿੱਚ ਇਹ ਆ ਕਿ ਇਹਨਾਂ 1500-2000 ਏਕੜ ਦੇ ਫਾਰਮ ਬਣਾਉਣੇ ਵੱਡੇ ਵੱਡੇ, ਜਿਸ 'ਚ 2-2, 3-3, 4-4 ਪਿੰਡ ਆ ਜਾਣੇ ਆ। ਉਹਦੇ ਤਹਿਤ ਇਹਨਾਂ ਨੇ ਸਾਡੇ ਨਾਲ ਐਗਰੀਮੈਂਟ ਕਰ ਲੈਣਾ, ਜੋ ਕੰਟਰੈਕਟ ਬੇਸ ਤੇ, ਕਿ ਇਹ 10 ਸਾਲ ਵਾਸਤੇ ਸਾਨੂੰ ਲੀਜ਼ ਤੇ ਦੇ ਦਿਓ। ਉਹਦਾ 10 ਸਾਲ ਦਾ ਹੀ ਸਾਨੂੰ ਠੇਕਾ ਇਹਨਾਂ ਗੇਤਾ ਦੇ ਦੇਣਾ। ਜਿਹੜੀ ਮਗਰ ਸੋਚ ਆ, ਜ਼ਮੀਨ ਹੜੱਪਣ ਵਾਲੀ ਸੋਚ ਆ ਜਿਹੜੀ ਇਹਨਾਂ ਦੀ ਮੇਨ, ਕਿ ਇਹ 10 ਸਾਲ 'ਚ ਉਹਨਾਂ ਨੂੰ ਕਿਸਾਨ ਦੀ ਆਦਤ ਦਾ ਪਤਾ ਕਿ ਪੈਸਾ ਸਾਂਭ ਨਹੀਂ ਸਕਦਾ। ਫਿਰ ਉਹ ਜੋ ਇਸ ਅਧੀਨ ਜਦੋਂ ਇਹਨਾਂ ਨੇ ਸਾਡੇ ਕੋਲ ਠੇਕੇ ਤੇ ਲੈ ਲੀਆਂ, ਪੈਸਾ ਅਸੀਂ ਖਰਚ ਲੈਣਾ, ਫਿਰ ਇਹਨਾਂ ਨੇ ਉਸ ਨੀਤ ਤੇ ਆਉਣਾ ਕਿ ਇਹਨਾਂ ਦੀਆਂ ਜ਼ਮੀਨਾਂ ਹੁਣ ਅਸੀਂ ਬੈ ਖਰੀਦੀਏ। ਉਸ ਤੋਂ ਪਹਿਲਾਂ ਇੱਕ ਪੁਆਇੰਟ ਆ, ਇਹਦੇ 'ਚ ਜਿੰਨੇ ਵੀ ਪੁਆਇੰਟ ਆ ਉਹ ਸਾਰੇ ਦੇ ਸਾਰੇ ਹੀ ਵਪਾਰੀ ਪੱਖ ਦੇ ਜੇ, ਪ੍ਰਾਈਵੇਟ ਘਰਾਣਿਆਂ ਦੇ ਪੱਖ ਦੇ ਜੇ, ਕਿਸਾਨ ਦੇ ਪੱਖ ਦਾ, ਆਮ ਜਨਤਾ ਦੇ ਪੱਖ ਦਾ ਇੱਕ ਵੀ ਪੁਆਇੰਟ ਹੈ ਨਹੀਂ। ਇਹਦੇ 'ਚ ਇੱਕ ਗੱਲ ਆਮ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਹੈ
ਕਿ ਕਿਸਾਨਾਂ ਦੇ ਵਾਸਤੇ ਕਹਿ ਰਹੇ ਨੇ ਬੜੇ ਭਲਾਈ ਦਾ ਕਿਸੇ ਕਿਸਾਨ ਜਥੇਬੰਦੀ ਤੋਂ ਕੋਈ ਸੁਝਾਅ ਮੰਗੇ ਗਏ ਜਾਂ ਦਿੱਤੇ ਗਏ ਤੁਹਾਡੇ ਵੱਲੋਂ ਕਿਸਾਨਾਂ ਵੱਲੋਂ? ਇਹਦੇ ਬਾਰੇ ਲੋਕਾਂ ਦੇ ਨਾਲ ਥੋੜੀ ਜਿਹੀ ਗੱਲ ਸਾਂਝੀ ਕਰਦੇ। ਬਿਲਕੁਲ ਕੋਈ ਵੀ ਕਿਸੇ ਕਿਸਾਨ ਬੰਦੀ ਨਾਲ ਇਹਨਾਂ ਨੇ ਮੀਟਿੰਗ ਨਹੀਂ ਕੀਤੀ, ਇੱਕ ਮੀਟਿੰਗ ਨਹੀਂ ਕੀਤੀ। ਇਹ ਸਿਰਫ ਤੇ ਸਿਰਫ ਉੱਥੇ ਬਹਿ ਕੇ ਨੇ ਉੱਥੋਂ ਇੱਕ ਡਿਕਟੇਟਰਸ਼ਿਪ ਵਾਲਾ ਹੁਕਮ ਕਰਤਾ। ਜੇ ਕਿਸਾਨ ਨੂੰ ਦਿਸਦਾ ਹੋਏ ਵੀ ਇੱਕ ਵੀ ਪੁਆਇੰਟ ਮੇਰੇ ਬਚਣ ਵਾਲਾ, ਤੇ ਸੁੱਖ ਨੂੰ ਨਹੀਂ ਇੰਨੀ ਗਰਮੀ 'ਚ ਅਸੀਂ ਸੜਕਾਂ ਤੇ ਰੋਲ ਰਹੇ। ਸਾਨੂੰ ਸਾਰਾ ਕਿਸਾਨੀ ਤਬਾਹ ਹੁੰਦੀ ਦਿਸਣ ਡਈ ਆ ਤੇ ਸਾਰਾ ਸਾਡਾ ਪੰਜਾਬ ਤਬਾਹ ਹੁੰਦਾ ਦਿਖਦਾ ਕਿ ਇਹ ਪੰਜਾਬ ਜਿਹੜਾ ਆ ਇਹ ਕਿਸਾਨੀ ਦੇ ਨਾਲ ਜੁੜਿਆ ਹੋਇਆ। ਜੇ ਅੱਜ ਇਹ ਕਿਸਾਨ ਦੇ ਨਾਲ ਬਹਿ ਕੇ ਮੀਟਿੰਗਾਂ ਕਰਕੇ ਬਿੱਲ ਲਿਆਉਂਦਾ ਤੇ ਫਿਰ ਇਹਦਾ ਕੋਈ ਹੱਲ ਨਿਕਲਦਾ। ਕਿਸਾਨ ਵੀ ਦੱਸਦਾ ਕਿ ਆਹ ਵਿੱਚ ਮਜਬੂਰੀਆਂ ਆਉਣੀਆਂ ਨੇ, ਆਹ ਪੁਆਇੰਟ ਰੱਖੋ। ਕਿਸਾਨ ਤੇ ਇਸ ਗੱਲ ਤੇ ਜਿਹੜਾ ਇਹਨਾਂ ਰੌਲਾ ਪਾਈ ਜਾਂਦੇ ਨੇ ਕਿ MSP ਨਹੀਂ ਟੁੱਟੂਗੀ, ਜੇ ਇਹਨਾਂ ਨਹੀਂ ਸੀ ਤੋੜਨੀ ਤੇ ਇਹਨਾਂ ਕੋ ਇੱਕ ਪੁਆਇੰਟ ਲਿਖਦੇ ਆ ਜਿੱਥੇ 3 ਲਿਖੇ ਨੇ, ਚੌਥਾ ਬਿਜਲੀ ਸੋਧ ਦਾ, ਇਹਨਾਂ ਕੋ ਇੱਕ ਲਾਈਨ ਲਿਖ ਦਿੰਦੇ ਕਿ ਜਿਹੜਾ ਸਮਰਥਨ ਮੁੱਲ ਤੋਂ ਥੱਲੇ ਖਰੀਦੂਗਾ ਉਹਨੂੰ ਸਜ਼ਾ ਹੋਊਗੀ, ਉੱਤੇ ਪਰਚਾ ਹੋਊ ਤੇ ਕਿਸਾਨ ਆਪੇ ਖੁਸ਼ ਹੋ ਜਾਂਦਾ। ਕੋਈ ਇਹ ਚ ਦੋ ਰਾਏ ਨਹੀਂ ਸੀ। ਪਰ ਜਦੋਂ ਸਾਰਾ ਦਾ ਸਾਰਾ ਹੀ ਕਿਸਾਨ ਨੂੰ ਮਾਰਨ ਦਾ ਤੇ ਇਹਨਾਂ ਨੂੰ ਕੋਆਪਰੇਟ ਘਰਾਣਿਆਂ ਨੂੰ ਇਹਨਾਂ ਨੇ ਪੰਜਾਬ ਤੇ ਕਾਬਜ ਹੋਣ ਦਾ ਸਾਰਾ ਕੁਝ ਬਣਾਇਆ ਤੇ ਕਿਸਾਨ ਨੇ ਤਾਂ ਦੁਖੀ ਹੋਣਾ ਵੀਰ ਜੀ। ਸੋ ਕਿਸਾਨ ਦੁਖੀ ਹੈ ਪੰਜਾਬ ਦਾ। ਇਹ ਸਾਰੇ ਕਿਸਾਨ ਖੜੇ ਨੇ ਸਾਡੇ ਲਾਗੇ। ਹਾਂਜੀ ਪ੍ਰਧਾਨ ਜੀ, ਤੁਸੀਂ ਦੱਸੋ, ਤੁਸੀਂ ਇਹਦੇ ਚ ਕੀ ਜੋੜਦੇ ਹੋ? ਕਿਸਾਨ ਦੁਖੀ ਆ, ਸੜਕਾਂ ਤੇ ਵੀ ਬੈਠਾ ਵਾ, ਪੰਜਾਬ ਚ ਟਰੈਕਾਂ ਤੇ ਵੀ ਬੈਠਾ, ਸ਼ੰਭੂ ਬਾਰਡਰ ਵੀ ਬਲੌਕ ਕੀਤਾ ਹੋਇਆ, ਬਾਜ਼ਾਰ ਵੀ ਅੱਜ ਬੰਦ ਨੇ। ਇਸ ਸੰਘਰਸ਼ ਨੂੰ ਤੁਸੀਂ ਕਿਸ ਰੂਪ ਚ ਦੇਖ ਰਹੇ ਹੋ? ਵੇਖੋ ਜੀ, ਸਾਨੂੰ ਤੇ ਪੂਰੇ 2 ਮਹੀਨੇ ਹੋ ਗਏ ਸੰਘਰਸ਼ ਕਰਦਿਆਂ ਨੂੰ। ਇਹ ਮੋਦੀ ਦੇ ਕੰਨ ਤੇ ਜੂੰ ਨਹੀਂ ਛਰਕੀ ਅਜੇ ਤੱਕ। ਇਹ ਕਿਸਾਨਾਂ ਨੂੰ ਜਿਹੜੀ ਕਿਸਾਨਾਂ ਦੀ ਲੁੱਟ ਕਰਨ ਦੀ ਪੂਰੀ ਤਿਆਰੀ 'ਚ ਆ। ਇਹ ਲੁੱਟ ਨਹੀਂ ਹੋਣ ਦਿੱਤੀ ਜਾਊਗੀ। ਅਸੀਂ ਆਪਣੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਤਗੜੇ ਹੋ ਜਾਓ। ਇਹ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਕੀਤੇ ਜਾਣਗੇ ਉਹਨਾਂ ਚਿਰ ਘਰ ਨਹੀਂ ਬੈਠਾਂਗੇ, ਉਹਨਾਂ ਚਿਰ ਸੰਘਰਸ਼ ਹੋਰ ਤੇਜ਼ ਹੋਣਗੇ। ਤੇ ਸੰਘਰਸ਼ ਦੀ ਅਗਲੀ ਰੂਪ ਰੇਖਾ ਕੀ ਹੋ ਸਕਦੀ? ਕਿਉਂਕਿ ਅੱਜ ਦੇ ਬੰਦ ਦੀ ਕਾਲ ਜਿਹੜੀ ਹੈ ਵੀ ਕਾਫੀ ਦਿਨਾਂ ਦੇ ਸੋਚ ਵਿਚਾਰ ਤੋਂ ਬਾਅਦ ਜਿਹੜੀ ਰੱਖੀ ਗਈ ਹੈ। ਇਸ ਤੋਂ ਅਗਲਾ ਕੀ ਸਟੈਪ ਚੁੱਕਿਆ ਜਾ ਸਕਦਾ? ਅਗਲਾ ਸਟੈਪ ਜੀ ਦਿੱਲੀ ਦਾ ਜਾ। ਮੇਰਾ ਖਿਆਲ ਕਹਿੰਦਾ ਕਿਸਾਨ ਜਥੇਬੰਦੀਆਂ ਦੀ ਵੱਡੀ ਮੀਟਿੰਗ ਹੋਣ ਜਾ ਰਹੀ ਆ, 250 ਜਥੇਬੰਦੀ ਦੀ। ਉਹ ਮੀਟਿੰਗ ਤੋਂ ਬਾਅਦ ਐਲਾਨ ਹੋ ਜਾਊਗਾ ਦਿੱਲੀ ਦਾ, ਤੇ ਦਿੱਲੀ ਦਾ ਘਰਾਓ ਉਹਨਾਂ ਚਿਰ ਹੋਊਗਾ ਜਿੰਨਾ ਚਿਰ ਆਰਡੀਨੈਂਸ ਵਾਪਸ ਨਹੀਂ ਹੋਣਗੇ। ਸੋ ਇਹ ਆਰਡੀਨੈਂਸ ਨੇ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਹਲੂਣਾ ਦਿੱਤਾ ਕਹਿ ਦਈਏ ਜਾਂ ਜਗਾਇਆ ਕਹਿ ਦਈਏ। ਸੋ ਕਿਸਾਨ ਜਿਹੜਾ ਵੇਖੋ ਇਦਾਂ ਡਾਂਗਾ ਪਹਿਲਾਂ ਫੜ ਕੇ ਆਉਂਦੇ ਸੀ, ਅੱਜ ਵੀ ਹੁਣ ਡਾਂਗ ਹੱਥ 'ਚ ਫੜੀ ਹੈ। ਇਹ ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ? ਸੁਣਾ ਇਹ ਜੀ, ਆਰ ਪਾਰ ਲੜਾਈ ਲੜਨ ਤੋਏ ਆ ਤੇ ਲੜਾਂਗੇ ਵੀ। ਜੇ ਸਾਨੂੰ ਲੜਨਾ ਪਿਆ ਤੇ ਅਸੀਂ ਡਾਂਗਾ ਨਾਲ ਵੀ ਲੜਾਂਗੇ, ਤੇ ਜੇ ਸਾਨੂੰ ਸ਼ਾਂਤਮਈ, ਜੇ ਪਹਿਲਾਂ ਲੜਾਂਗੇ ਸ਼ਾਂਤਮਈ, ਜੇ ਉਸ ਤੋਂ ਇਲਾਵਾ ਕੋਈ ਹੋਰ ਵੀ ਮਤਲਬ ਸਾਨੂੰ ਗਾ ਸਟੈਪ ਚੁੱਕਣਾ ਹੁੰਦਾ ਡਾਂਗਾ ਵਾਲਾ ਤੋਂ ਵੀ ਚੁੱਕਾਂਗੇ। ਦਿੱਲੀ ਬੰਦ ਕਰਨ ਜਾਵਾਂਗੇ, ਦਿੱਲੀ ਦੀਆਂ ਪੂਰੀਆਂ ਨਾਸਾਂ ਬੰਦ ਕਰ ਦਾਂਗੇ, ਧੂਆਂ ਕੱਢ ਦਾਂਗੇ ਕੋਈ ਉੱਥੋਂ ਦਾ ਵੀ ਕਿਵੇਂ ਕਿਸਾਨ ਆਉਂਦੇ ਤੇ ਕਿਵੇਂ ਆਪਣਾ ਕਰਾਣਾ ਜਾਣਦੇ ਆ। ਇਹ ਕਿਸਾਨ ਕਾਫੀ ਸਾਲਾਂ ਬਾਅਦ, ਹਾਂਜੀ ਬੋਲਦਾ ਭੱਠਾ ਉੱਪਰ ਦੀ ਧੂਆਂ ਕੱਢਦਾ। ਅਸੀਂ ਮੋਦੀ ਨੂੰ ਕਹਿਣਾ ਚਾਹੁੰਦੇ ਵੀ ਭੱਠਾ ਉੱਪਰ ਦੀ ਧੂਆਂ ਕੱਢਦਾ ਵਾ ਤੇ ਤੇਰਾ ਧੂਆਂ, ਤੇ ਚੁੱਪ ਕਰਕੇ ਆਰਡੀਨੈਂਸ ਜਿਹੜੇ ਰੱਦ ਕਰਦੇ। ਇਹ ਕਿਸਾਨਾਂ ਨੂੰ ਵੰਗਾਰਨਾ। ਇਹ ਜਿਹੜੀ ਸਿੱਖ ਕੌਮ ਆ, ਜਿਹੜੇ ਕਿਸਾਨ ਇਹਨਾਂ ਨੂੰ ਵੰਗਾਰੀਦਾ ਨੀਗਾ। ਇਹ ਜੋ ਕਹਿਣ ਦੇ ਆ, ਜੇ ਇਹ ਕਿਸਾਨਾਂ ਦੇ ਧੈਸੀ ਹੁੰਦੇ ਤੇ ਕਿਸਾਨ ਏਡੇ ਨਿਆਣੇ ਨਹੀਂ। ਕਿਸਾਨਾਂ ਦੇ ਨਿਆਣੇ ਵੀ ਪੜ੍ਹੇ ਲਿਖੇ ਆ। ਇਹ ਜੇ ਸਾਨੂੰ ਸਮਝਾਉਣ ਦੇ ਆ ਵੀ ਤੁਹਾਡੇ ਵਾਸਤੇ ਠੀਕ ਆ, ਸਾਡੇ ਨਿਆਣੇ ਵੀ ਪੜ੍ਹੇ ਆ, ਅੱਜ ਕੱਲ ਪੜ੍ਹਿਆ ਲਿਖਿਆ ਯੁੱਗ ਆ, ਇਹਨੂੰ ਚੁੱਪ ਕਰਕੇ ਰੱਦ ਕਰਦੇ, ਬਹੁਤ ਚੰਗਾ ਰਹੂਗਾ। ਸੋ ਇਹ ਗੱਲ ਜਿਹੜੀ ਹੈ ਵੇਖੋ, ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਇਹ ਜਿਹੜੀ ਜ਼ਮੀਨਾਂ ਦੀ ਉਹ ਦਿੱਤੀ ਸੀ, ਮਾਲਕੀ ਦਿੱਤੀ ਸੀ। ਅੱਜ ਉਸ ਮਾਲਕੀ ਨੂੰ ਖਤਰਾ ਜਿਹੜਾ ਪੈਦਾ ਹੋਇਆ, ਇਹ ਮੈਂ ਸਮਝਦਾ ਇੱਕ ਬੜਾ ਵੱਡਾ ਝਟਕਾ ਹੈ, ਜਿਸ ਝਟਕੇ ਨੂੰ ਮਹਿਸੂਸ ਕਰਦੇ ਹੋਏ ਅੱਜ ਕਿਸਾਨ ਜਿਹੜੇ ਨੇ ਸੜਕਾਂ ਤੇ ਨੇ। ਤੇ ਵੱਡੀ ਗੱਲ ਇਹ ਹੈ ਕਿ ਸਾਰੇ, ਹਾਂਜੀ ਵੀਰ ਜੀ ਤੁਸੀਂ ਵੀ ਆਓ, ਸਾਰੇ ਪੰਜਾਬ ਵਾਸੀ ਜਿਹੜੇ ਨੇ ਇਹਦੇ ਵਿੱਚ ਸਾਥ ਦੇ ਰਹੇ ਨੇ। ਹਾਂਜੀ ਹਾਂਜੀ ਭਾਈ। ਸਾਰੇ ਇੰਡੀਆ ਦੇ ਕਿਸਾਨਾਂ ਨੂੰ ਜਿਹੜਾ ਵਾ ਉਹ ਬੇਨਤੀ ਆ ਕਿ ਹਮਾ ਕੇ ਜਿਹੜਾ ਵਾ ਉਹ ਸਰਕਾਰਾਂ ਜਿਹੜੀਆਂ ਉਹ 1976 ਤੋਂ ਜਿਹੜਾ ਬੇਵਕੂਫ ਬਣਾ ਰਹੀਆਂ ਵਾ ਕਿਸਾਨ ਨੂੰ। 1976 ਦੇ ਵਿੱਚ ਹਰ ਬੰਦੇ ਨੂੰ ਪਤਾ, ਜਿਹੜਾ ਕੋਈ ਤੀਜੇ ਦਰਜੇ ਦਾ ਜਿਹੜਾ ਮੁਲਾਜ਼ਮ ਸੀ ਜਾਂ ਉਹ ਕਾਂਸਟੇਬਲ ਕਹਿ ਲਈਏ ਜਾਂ ਉਹ ਕੋਈ ਕਲਰਕ ਲੱਗਿਆ ਸੀ, ਉਹਦੀ ਤਨਖਾਹ ਉਦੋਂ ਤਕਰੀਬਨ 60 ਜਾਂ 70 ਰੁਪਏ ਸੀ। ਉਦੋਂ ਜਿਹੜਾ 80 ਰੁਪਏ ਰੇਟ ਜਿਹੜਾ ਕਣਕ ਦੇ ਝੋਨੇ ਦਾ ਸੀ, ਉਹ ਹਿਸਾਬ ਨਾਲ ਘੱਟ ਤੋਂ ਘੱਟ ਜੇ 13,000 ਜਾਂ ਕੋਈ 14,000 ਰੁਪਇਆ ਕੁਆਂਟਲ ਜਿਹੜਾ ਕਣਕ ਜਾਂ ਝੋਨੇ ਦਾ ਰੇਟ ਹੋਵੇ ਤਾਂ ਫਿਰ ਉਹਦੇ ਨਾਲ ਜਿਹੜਾ ਉਹ ਕੰਪੈਰੀਜ਼ਨ ਕੀਤਾ ਜਾ ਸਕਦਾ। ਇਹ ਉਦੋਂ ਤੋਂ ਹੀ
ਕਿਸਾਨ ਭੋਲੇ ਭਾਲੇ ਜਿਹੜੇ ਇਹਨਾਂ ਨੂੰ ਪਹਿਲਾਂ ਆੜਤੀਏ ਕਰਜ਼ਾ ਬਹੁਤ ਵੱਡੀ ਲਿਮਟ ਦਾ ਜਿਹੜਾ ਅਸੀਂ ਦਿੰਦੇ ਰਹੇ, ਕੋਈ ਗੱਲ ਕਰਨ ਜੋਗਾ ਨਹੀਂ। ਉਹ ਤੋਂ ਬਾਅਦ ਚ ਹੁਣ ਜਿਹੜਾ ਅਸੀਂ ਤਕਰੀਬਨ 2-3 ਸਾਲ ਤੋਂ ਵੇਖ ਰਹੇ ਆ, ਜਿਹੜਾ ਇਹ ਕਿਸਾਨਾਂ ਦੀਆਂ ਲਿਮਟਾਂ ਬਣਾਈਆਂ ਗਈਆਂ, ਇਹ ਹਰ ਬੰਦਾ ਜਾਣਦਾ ਵਾ। ਇਹ ਜਿਹੜਾ ਇਹਨਾਂ ਨੇ 에ਅਰਲਾਈਨਾਂ ਵੇਚਦੀਆਂ, ਰੇਲਾਂ ਵੇਚਦੀਆਂ, ਹੁਣ ਇਹ ਜਿਹੜਾ ਮੰਨ ਲਓ ਤੁਹਾਡੀਆਂ ਬੈਂਕਾਂ ਜਿਹੜੀਆਂ ਵਾ ਉਹਨਾਂ ਨੂੰ ਇਹ ਜਿਹੜਾ ਵਾ ਅਬਾਨੀ ਉਹਨਾਂ ਨੂੰ ਦੇ ਦੇਣਗੇ। ਉਹ ਜੱਟ ਤੇ ਗੂਠਾ ਦਊਗਾ ਵੀ ਮੈਨੂੰ 6 ਮਹੀਨਿਆਂ 'ਚ ਜਾਂ ਸਾਲ ਦੇ ਵਿੱਚ ਜਿਹੜੀ ਲਿਮਟ ਆ ਮੇਰੀ ਵਾਪਸ ਕਰ। ਜੇ ਉਹ ਨਹੀਂ ਕਰਦਾ, ਉਹ ਆਪਣੇ ਆਪ ਹੀ ਜਿਹੜਾ ਕਿਸਾਨ ਨੂੰ ਹੋਰ ਕਿਤੇ ਕੋਈ ਉਹਦਾ ਹੁਣ ਹੱਥ ਅੜਨੋਂ ਰਹਿ ਗਿਆ ਵੀ ਕਿੱਥੋਂ ਪੈਸੇ ਦਊਗਾ, ਉਹਨਾਂ ਨੇ ਜਿਹੜਾ ਆਪਣੇ ਆਪ ਹੀ ਇਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰ ਲੈਣੇ ਆ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਹੋਇਆ, ਇਹ ਕਰਕੇ ਇਹ ਦਿੱਲੀ ਵੱਲ ਨੂੰ ਕੂਚ ਕਰਨਾ ਪਊਗਾ ਕਿਸਾਨਾਂ ਨੂੰ। ਫਿਰ ਜਿਹੜਾ ਇਹਨਾਂ ਤੇ ਕੋਈ ਹਰ ਪਾਰਟੀ ਨੂੰ ਜਿਹੜਾ ਇੱਕ ਪਾਰਟੀ ਨਹੀਂ, ਇੱਕ ਕਿਸਾਨ ਦੇ ਤੌਰ ਤੇ ਜਿਹੜਾ ਵਾ ਹਰ ਸਿਆਸੀ ਬੰਦਾ, ਕੋਈ ਆਪਣੇ ਆਪ ਨੂੰ ਇਹ ਨਾ ਆਖੇ ਮੈਂ ਕਾਂਗਰਸੀ ਆ ਅਕਾਲੀ ਆ, ਉਹਨੂੰ ਜਿਹੜਾ ਹਰ ਬੰਦੇ ਨੂੰ ਇੱਕ ਕਿਸਾਨ ਦੇ ਤੌਰ ਤੇ, ਇਹ ਜਿਹੜੀਆਂ ਵੱਡੇ ਘਰਾਣੇ ਨੇ ਅੱਗੇ ਬਿਜ਼ਨਸਮੈਨ ਨੇ, ਇਹ ਆਮ ਜਿਹੜਾ ਬੰਦਾ ਕੋਈ 2-4 ਕਿੱਲਿਆਂ ਵਾਲਾ ਉਹੀ ਕਿਸਾਨ ਆ। ਇਹਨਾਂ ਨੂੰ ਜਿਆਦਾ ਤੰਗੀ ਆਉਣੀ ਆ, ਵੱਡੇ ਘਰਾਣਿਆਂ ਨੂੰ ਹੁਣ ਵੀ ਕੋਈ ਤੰਗੀ ਨਹੀਂ, ਪਹਿਲਾਂ ਵੀ ਕੋਈ ਤੰਗੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਇਹ ਗੱਲ ਦੁੱਖ ਹੈ, ਦਰਦ ਹੈ ਤੇ ਕਸਕ ਹੈ ਜਿਹੜੀ ਇਸ ਵਕਤ ਬਾਹਰ ਨਿਕਲੀ ਹੈ ਦੁਖੀ ਕਿਸਾਨਾਂ ਦੇ ਮਨਾਂ ਚੋਂ। ਸੋ ਅੱਗੋਂ ਕੀ ਰੂਪ ਅਖਤਿਆਰ ਕਰੇਗੀ ਉਹ ਵੀ ਅਸੀਂ ਅੱਗੋਂ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਆੜਤੀ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਮਨਵੀਰ ਸਿੰਘ ਰੰਧਾਵਾ ਉਹ ਵੀ ਸਾਡੇ ਨਾਲ ਮੌਜੂਦ ਨੇ, ਇਸ ਐਜੀਟੇਸ਼ਨ ਦੇ ਵਿੱਚ ਸ਼ਾਮਲ ਹੋਏ ਨੇ। ਕੀ ਕਹਿਣਾ ਚਾਹੋਗੇ ਜੋ ਵਿਰੋਧ ਹੋ ਰਿਹਾ ਇਸ ਵੇਲੇ ਪੰਜਾਬ ਦਾ ਕਿਸਾਨ, ਪੰਜਾਬ ਦੇ ਆੜਤੀਏ, ਸਾਰਾ ਹੀ ਮੈਂ ਸਮਝਦਾ ਪੰਜਾਬ ਇੱਕ ਬੜੇ ਰੋਸ ਦੇ ਵਿੱਚ ਹੈ, ਇਹਦੇ ਬਾਰੇ ਕੀ ਕਹੋਗੇ? ਮੈਂ ਪਹਿਲਾਂ ਵੀ ਦੱਸ ਚੁੱਕਿਆ ਆ ਕਿ ਅਸੀਂ ਸਮੁੱਚੀ ਜਿੰਨੇ ਸਾਡੀ ਪੰਜਾਬ ਦੀ ਆੜਤੀ ਸ਼ੋਸ਼ਣ ਆ, ਸਾਡੇ 1850 ਮੰਡੀ ਜਾੜ ਆ, ਜੋ ਅੱਜ ਸਾਨੂੰ ਹੁਕਮ ਹੋਇਆ ਭਾਰਤੀ ਕਿਸਾਨ ਯੂਨੀਅਨ ਦਾ ਜਿਹੜਾ 31 ਕਿਸਾਨ ਯੂਨੀਅਨ ਆ, ਉਹਨਾਂ ਨੇ ਸਾਨੂੰ ਜੋ ਹੁਕਮ ਕੀਤਾ ਵੀ ਸਾਡੇ ਸਮੁੱਚੇ ਤਗੜੇ ਹੋ ਕੇ ਸਾਡੇ ਨਾਲ ਸਾਡਾ ਸਾਥ ਦਿਓ, ਮੋਢੇ ਨਾਲ ਮੋਢਾ ਲਾ ਕੇ ਲੜਾਈ ਲੜਨੀ ਆ। ਅਸੀਂ ਅੱਜ ਉਹਨਾਂ ਦੇ ਕਹਿਣ ਦੇ ਉੱਤੇ ਸਾਡਾ ਇਹ ਸਾਰੀਆਂ 1850 ਜਾੜ ਜਿਹੜੇ ਮੰਡੀਆਂ ਦੇ ਉਹ ਬੰਦ ਆ, ਔਰ ਅਸੀਂ ਤਗੜੇ ਹੋ ਕੇ ਭਾਰਤੀ ਕਿਸਾਨ ਯੂਨੀਅਨ ਦਾ ਸਾਥ ਦੇ ਰਹੇ ਆ। ਜਿਹੜੇ 3 ਆਰਡੀਨੈਂਸ ਆਏ ਆ, ਉਹ ਕਿਸਾਨ ਮਾਰੂ ਆ, ਉਹ ਆੜਤੀ ਮਾਰੂ ਆ, ਉਹ ਮਨੀਮ ਮਾਰੂ ਆ, ਔਰ ਲੇਬਰ ਭਾਈਚਾਰੇ ਵਾਸਤੇ ਮਾਰੂ ਆ। ਇਸ ਕਰਕੇ ਅਸੀਂ ਅੱਜ ਸਮੁੱਚੇ ਹੀ ਸਾਰੀਆਂ ਆੜਤੀ ਸ਼ੋਸ਼ਨਾਂ ਨੇ ਭਾਰਤੀ ਕਿਸਾਨ ਯੂਨੀਅਨ ਦਾ ਸਾਥ ਦੇ ਰਹੀਆਂ। ਸੋ ਬਾਜਵਾ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਜੋ ਹਾਲਾਤ ਬਣੇ ਪਏ ਨੇ ਅੱਜ, ਪੰਜਾਬ ਵੀ ਬੰਦ ਆ, ਪੂਰਾ ਪੰਜਾਬ ਬੰਦ ਆ, ਕਿਸਾਨ ਸਾਰਾ ਦੁਖੀ ਵੀ ਆ ਤੇ ਰੋਸ ਚ ਵੀ ਆ, ਇਸ ਰੋਸ ਨੂੰ ਤੁਸੀਂ ਕਿਵੇਂ ਬਿਆਨ ਕਰਦੇ ਹੋ? ਅਸੀਂ ਭਾਜੀ ਇਹੋ ਚਾਹੁੰਦੇ ਆ ਵੀ ਸਾਡੇ ਕਿਸਾਨ ਵੀਰ, ਦੁਕਾਨਦਾਰ ਵੀਰ, ਆੜਤੀ ਵੀਰ, ਲੇਬਰ ਵੀਰ, ਇਹ ਸਾਰਿਆਂ ਵਾਸਤੇ ਜਿਹੜਾ ਆਰਡੀਨੈਂਸ ਤੇ ਜਿਹੜੇ 3 ਆਰਡੀਨੈਂਸ ਮੋਦੀ ਨੇ ਸਾਡੇ ਤੇ ਜ਼ਬਰਦਸਤੀ ਲਾਏ ਆ, ਇਹ ਬਹੁਤ ਹੀ ਮਾਰੂ ਆ। ਸਾਨੂੰ ਸਾਰਿਆਂ ਨੂੰ ਡਟ ਕੇ ਇਹਦੀ ਸਾਨੂੰ ਵਿਰੋਧ ਕਰਨਾ ਚਾਹੀਦਾ ਸਾਨੂੰ, ਵੀ ਅਸੀਂ ਵੱਧ ਤੋਂ ਵੱਧ ਇਹਦਾ ਵਿਰੋਧ ਕਰੀਏ ਤਾਂ ਕਿ ਉਹਨੂੰ ਇੰਨਾ ਮਜਬੂਰ ਕਰ ਦਈਏ ਅਸੀਂ ਵੀ ਉਹਨੂੰ ਇਹ ਆਰਡੀਨੈਂਸ ਵਾਪਸ ਲੈਣੇ ਪੈਣ। ਬਿਲਕੁਲ, ਮੈਂ ਸਮਝਦਾ ਕਿ ਇਹ ਵੀ ਸਾਡੇ ਮੁਲਕ ਦੀ ਇੱਕ ਤਰਾਸਦੀ ਕਹੀ ਜਾ ਸਕਦੀ ਹੈ ਕਿ ਜਿੱਥੇ ਹੱਕ ਮੰਗਣ ਦੇ ਵਾਸਤੇ ਏਡੇ ਵੱਡੇ ਸੰਘਰਸ਼, ਜੇ ਸੱਚਮੁੱਚ ਕਿਸਾਨ ਦੇ ਭਲੇ ਦੀ ਗੱਲ ਹੋਏ ਤੇ ਫਿਰ ਲੋਕੀ ਸੜਕਾਂ ਤੇ ਕਿਉਂ ਇੱਥੇ ਇਸ ਵੇਲੇ ਹੁਣ ਇੱਥੇ ਸੜਕਾਂ ਤੇ ਹੱਥਾਂ ਦੇ ਵਿੱਚ ਲੰਗਰ ਛਕੇ ਜਾ ਰਹੇ ਨੇ, ਪਾਣੀ, ਗਰਮੀ ਹੈ, ਮੁਸੀਬਤਾਂ ਨੇ, ਮੁਸੀਬਤਾਂ ਇੱਥੇ ਨਹੀਂ ਸਾਰੇ ਪੰਜਾਬ 'ਚ ਚੱਲੀਆਂ ਜਾ ਰਹੀਆਂ ਨੇ। ਕੋਈ ਦਰਦ ਹੈ, ਦੁੱਖ ਹੈ ਤੇ ਤਾਂ ਹੀ ਇਹ ਸੰਘਰਸ਼ ਸ਼ੁਰੂ ਹੋਇਆ। ਸੋ ਮੈਨੂੰ ਲੱਗਦਾ ਕਿ ਇਹ ਸਰਕਾਰਾਂ ਨੂੰ ਸੁਨੇਹਾ ਜਾਏਗਾ। ਕੀ ਰੰਧਾਵਾ ਸਾਹਿਬ, ਕੀ ਸੁਨੇਹਾ ਜਾਏਗਾ ਇਸ ਸੰਘਰਸ਼ ਦਾ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹ ਗੱਲ ਦੱਸਣਾ ਚਾਹੁੰਦਾ ਆ, ਅਜੇ 25 ਤਰੀਕ ਨੂੰ ਅੱਜ ਪਹਿਲੇ ਦਿਨ ਸਮੁੱਚਾ ਪੰਜਾਬ ਬੰਦ ਹੋਇਆ। ਜੇ ਸਰਕਾਰਾਂ ਨੇ ਸਾਡੀਆਂ ਗੱਲਾਂ ਨਾ ਮੰਨੀਆਂ, ਅਸੀਂ ਦਿੱਲੀ ਵੱਲ ਨੂੰ ਕੂਚ ਕਰਨਾ ਪਿਆ, ਉਹ ਦਿੱਲੀ ਵੱਲ ਨੂੰ ਕੂਚ ਕਰਾਂਗੇ। ਇਹ ਸਮੁੱਚਾ ਫੈਸਲਾ ਸਾਰਾ ਹੀ ਭਾਰਤੀ ਕਿਸਾਨ ਯੂਨੀਅਨ ਦਾ, ਔਰ ਸਮੁੱਚੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਵੀ ਕਿਸਾਨਾਂ ਦੇ ਪਿੱਠ ਦੇ ਉੱਤੇ ਆਣ ਕੇ ਖਲੋਤੀਆਂ। ਬਿਲਕੁਲ, ਇਹ ਸਾਰੇ ਕਿਸਾਨ ਰਲੇ ਨੇ, ਹੰਬਲਾ ਮਾਰਦੇ ਪਏ ਨੇ ਤੇ ਨੌਜਵਾਨ ਕਿਸਾਨ, ਪਹਿਲਾਂ ਥੋੜਾ ਜਿਹਾ ਲੱਗ ਰਿਹਾ ਸੀ ਪਿਛਲੇ ਸੰਘਰਸ਼ ਦੇ ਵਿੱਚ ਕਿ ਬਜ਼ੁਰਗ ਕਿਸਾਨ ਜਿਹੜੇ ਉਹ ਜ਼ਿਆਦਾ ਆ ਰਹੇ ਸੀ, ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਨੌਜਵਾਨ ਕਿਸਾਨ ਕੋਈ ਲੰਗਰ ਲੈ ਕੇ ਆ ਰਿਹਾ, ਕੋਈ ਇੱਥੇ ਪਾਣੀ ਵੰਡਦਾ ਪਿਆ, ਕੋਈ ਕੁਝ ਕਰਦਾ ਪਿਆ। ਨੌਜਵਾਨਾਂ ਦਾ ਕੀ ਰੁਖ ਹੈ? ਤੁਸੀਂ ਖੁਦ ਇੱਕ ਯੰਗ ਫਾਰਮਰ ਵੀ ਹੋ, ਕੀ ਕਹਿਣਾ ਚਾਹੋਗੇ? ਨੌਜਵਾਨ ਬਿਲਕੁਲ ਜੀ, ਕਿਸਾਨ ਯੂਨੀਅਨ ਦੇ ਬਿਲਕੁਲ ਸਾਰੇ ਨਾਲ ਸਾਥ ਨੇ। ਨੌਜਵਾਨ ਵੀਰਾਂ ਨੂੰ ਹੁਣ ਸੋਝੀ ਆਈ ਆ, ਉਹਨਾਂ ਨੂੰ ਪਹਿਲਾਂ ਜਿਹੜੇ ਸਾਡੇ ਸਿਆਸੀ ਪਾਰਟੀਆਂ ਆ ਉਹ ਪ੍ਰੋਪਰ ਸਮਝ ਨਹੀਂ ਆਉਣ ਦਿੰਦੇ ਵੀ ਉਹ ਬਣ ਕੀ ਰਿਹਾ ਹੈ। ਕਦੀ ਸਾਡੀ ਸਿਆਸੀ ਪਾਰਟੀਆਂ ਪਹਿਲਾਂ, ਅੱਜ ਤੋਂ ਤੁਸੀਂ ਦੇਖਦੇ ਹੋਗੇ 10-15 ਦਿਨ ਪਹਿਲਾਂ ਸਾਡੀਆਂ ਕੋਈ ਸਿਆਸੀ ਪਾਰਟੀਆਂ ਇੰਨੀ ਗੱਲ ਕਹਿੰਦੀਆਂ ਰਹੀਆਂ ਪਿੰਡਾਂ ਵਿੱਚ, ਨਿਊਜ਼ ਚੈਨਲਾਂ ਵਿੱਚ, ਅਖਬਾਰਾਂ ਵਿੱਚ ਵੀ ਆਰਡੀਨੈਂਸ ਸਹੀ ਆ, ਸਹੀ ਆ, ਸਹੀ ਆ। ਹੁਣ ਤੁਸੀਂ ਦੇਖਿਆ ਵੀ ਜਦੋਂ ਉਹਨਾਂ ਦੇਖਿਆ ਵੀ ਕਿਸਾਨ
ਕਿਸਾਨ ਜਥੇਬੰਦੀਆਂ ਇੰਨੀਆਂ ਅਨਪੜ੍ਹ ਨਹੀਂ ਹੈਗੀਆਂ। ਹੁਣ ਪੜ੍ਹੇ ਲਿਖੇ ਆ ਕਿਸਾਨ, ਉਹਨਾਂ ਦੇਖ ਲਿਆ ਵੀ ਇਹ ਜਿਹੜੀਆਂ ਨੀਤੀਆਂ ਸਾਡੇ ਵਾਸਤੇ ਮਾਰੂ ਆ, ਉਹ ਸੜਕਾਂ ਤੇ ਆ ਗਏ ਆ, ਉਹਨਾਂ ਨੂੰ ਵੀ ਹੁਣ ਮਜਬੂਰਨ ਸਾਡੇ ਨਾਲ ਇੱਥੇ ਆਉਣਾ ਪੈ ਗਿਆ। ਹਾਂਜੀ ਬਿਲਕੁਲ। ਇਹ ਹੁਣ ਜਦੋਂ ਕਿਸਾਨ ਜਾਗ ਪੈਂਦਾ, ਜਦੋਂ ਅੰਨਦਾਤਾ ਜਾਗ ਪੈਂਦਾ ਹੈ ਨਾ, ਤੇ ਫਿਰ ਸਾਰੇ ਉਹਨਾਂ ਨੂੰ ਹਿਲਾਉਣਾ ਵੀ ਆਉਂਦਾ, ਕਿਉਂਕਿ ਪੰਜਾਬ ਜਿਹੜਾ ਨਾ, ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ, ਇਹ ਮੁਹਿੰਮਾਂ ਕੋਈ ਨਵੀਆਂ ਨਹੀਂ, ਪੰਜਾਬੀਆਂ ਵਾਸਤੇ ਇਹਨਾਂ ਦੇ ਖੂਨ ਦੇ ਵਿੱਚ ਹੈ। ਇਸੇ ਲਈ ਜੈ ਜਵਾਨ ਜੈ ਕਿਸਾਨ ਦਾ ਨਾਰਾ ਜਿਹੜਾ ਉਹ ਪੰਜਾਬੀਆਂ ਦੇ ਵਾਸਤੇ, ਨਾਰਥ ਇੰਡੀਆ ਦੇ ਵਾਸਤੇ ਜਿਹੜਾ ਸੀ ਉਸ ਵੇਲੇ ਮਾਰਿਆ ਗਿਆ, ਜਿਹਦੇ ਉੱਤੇ ਕਿ ਅੱਜ ਇੱਕ ਧੱਬਾ ਲਾਇਆ ਜਾ ਰਿਹਾ, ਜਿਸ ਨੂੰ ਲੈ ਕੇ ਕਿਸਾਨ ਰੋਸ ਦੇ ਵਿੱਚ। ਸੋ ਜਿਹੜਾ ਖਾਣਾ ਅਸੀਂ ਡਰਾਇੰਗ ਰੂਮਾਂ 'ਚ ਬੈਠ ਕਰਕੇ, ਏਸੀ ਕਮਰਿਆਂ 'ਚ ਬੈਠ ਕਰਕੇ ਖਾਂਦੇ ਆ, ਅੱਜ ਕਿਸਾਨ ਇਸ ਢੰਗ ਦੇ ਨਾਲ ਵੇਖੋ ਸੜਕਾਂ ਦੇ ਉੱਤੇ ਲੰਗਰ ਛਕਿਆ ਜਾ ਰਿਹਾ, ਹੱਥਾਂ ਦੇ ਉੱਤੇ ਲੈ ਕਰਕੇ। ਇਹ ਇਸ ਵਕਤ ਅਸੀਂ ਦੇਖ ਰਹੇ ਹਾਂ ਇੱਥੇ ਕਿਸਾਨਾਂ ਦੇ ਵਾਸਤੇ ਲੰਗਰ ਆਇਆ ਵੱਖ-ਵੱਖ ਸਥਾਨਾਂ ਤੋਂ। ਬਾਬਾ ਹਜ਼ਾਰਾ ਸਿੰਘ ਜੀ ਦਾ ਪਵਿੱਤਰ ਅਸਥਾਨ ਪਾਕਿਸਤਾਨ ਜੋ ਹੈ, ਇਹ ਗੱਡੀਆਂ ਦੇ ਵਿੱਚ ਲੰਗਰ ਆਇਆ ਹੋਇਆ, ਜੋ ਸੜਕ ਦੇ ਉੱਤੇ ਖੜੇ ਹੋ ਕੇ ਹੱਥਾਂ ਦੇ ਵਿੱਚ ਪ੍ਰਸ਼ਾਦਾ ਲੈ ਕੇ, ਦਾਲਾਂ ਪਾ ਕੇ ਇਹ ਲੰਗਰ ਛਕੇ ਜਾ ਰਹੇ ਨੇ। ਕਿਉਂਕਿ ਲੰਗਰ ਸਾਡੀ ਜਿੱਥੇ ਅੱਜ ਕੁੱਲ ਦੁਨੀਆ ਦੇ ਵਿੱਚ ਪਹਿਚਾਨ ਬਣੀ ਹੋਈ ਹੈ, ਉੱਥੇ ਹੀ ਅੱਜ ਦੇਖ ਸਕਦੇ ਆ ਇਹ ਸੰਘਰਸ਼ ਦੇ ਵਿੱਚ ਵੀ ਲੰਗਰ ਆ ਰਹੇ ਨੇ, ਤੇ ਇੱਕ ਸ਼ੁਰੂਆਤ ਇਹਨੂੰ ਮੰਨਿਆ ਜਾ ਸਕਦਾ ਹੈ। ਇਸ ਸਮੇਂ ਨੇ ਸਹੀ ਢੰਗ ਦੀ ਕਰਵਟ ਨਾ ਲਈ, ਤੇ ਆਪਾਂ ਸਮਝ ਸਕਦੇ ਆ ਕਿ ਕਿਸ ਢੰਗ ਦੇ ਨਾਲ ਇਹ ਗੱਲ ਹੋਰ ਅੱਗੇ ਵਧਣੀ ਹੈ ਤੇ ਕਿਸ ਦਿਸ਼ਾ ਦੇ ਵਿੱਚ ਇਹ ਸਾਰਾ ਕੁਝ ਹੋਏਗਾ। ਇਹ ਸਾਰਾ ਆਪਾਂ ਉਹਦੇ ਦਿਨਾਂ 'ਚ ਦੇਖ ਸਕਦੇ ਹਾਂ, ਕਿਉਂਕਿ ਕਿਸਾਨ ਹੁਣ ਜਾਗ ਪਿਆ, ਉਹਨੂੰ ਦਿਖਦਾ ਪਿਆ ਕਿ ਉਹਦੇ ਘਰ ਦੇ ਘੜੋਲੇ ਜਿਹੜੇ ਨੇ ਉਹਨਾਂ ਦੇ ਉੱਤੇ ਕੀ ਅਸਰ ਪਏਗਾ, ਉਹਦੀ ਜੇਬ ਦੇ ਉੱਤੇ ਕੀ ਅਸਰ ਪਏਗਾ, ਉਹ ਨਿਆਣਿਆਂ ਦੀ ਫੀਸ ਕਿੱਥੋਂ ਦੇਏਗਾ, ਬੱਚਿਆਂ ਦੀ ਦਵਾਈ ਦਾਰੂ ਕਿੱਥੋਂ ਕਰਾਏਗਾ। ਇਹ ਸਾਰੇ ਹਾਲਾਤ ਅੱਜ ਕਿਸਾਨ ਨੂੰ ਮਜਬੂਰ ਕਰਦੇ ਪਏ ਨੇ ਕਿ ਸੜਕਾਂ ਤੇ ਆਏ, ਤੇ ਉਹ ਸੜਕਾਂ ਤੇ ਆ ਚੁੱਕਾ। ਸੋ ਨੌਜਵਾਨ ਕਿਸਾਨ ਜਿਹੜੇ ਨੇ ਉਹ ਵੀ ਆਏ ਹੋਏ ਨੇ ਇਦਾਂ ਟਰੈਕਟਰਾਂ ਤੇ ਚੜ ਕੇ ਲੰਗਰ ਲੈ ਕੇ, ਹੋਰ ਸੇਵਾਵਾਂ। ਤੁਸੀਂ ਵੀਰ ਜੀ ਕਿੱਥੋਂ? ਅਸੀਂ ਬਟਾਲੇ ਅੱਛਾ ਜੀ। ਆ ਜਿਹੜਾ ਚੱਲਦਾ ਪਿਆ ਕਿਸਾਨਾਂ ਦਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਇਹ ਜੀ ਬਹੁਤ ਵਧੀਆ ਕਰਨ ਦੇ ਨੇ ਮੋਦੀ ਸਰਕਾਰ, ਇਸ ਬਾਰੇ ਬਹੁਤ ਮਾੜਾ ਕੰਮ ਕਰਨ ਦੇ ਆ। ਜਿਹੜਾ ਬਿੱਲ ਪਾਸ ਕਰਾ ਲਏ ਨੇ ਸਾਰੇ, ਸਹੀ ਇਹਦੀ ਨਿੰਦਾ ਬਹੁਤ ਜ਼ਿਆਦਾ ਕਰਦੇ ਆ ਕਿ ਇਹ ਜਿਹੜੇ ਬਿੱਲ ਜਿਹੜੇ ਫਿਰ ਵਾਪਸ ਲੈਣੇ ਚਾਹੀਦੇ ਨੇ। ਬਿਲਕੁਲ, ਇਹ ਬਿੱਲ ਵਾਪਸ ਹੋਣੇ ਚਾਹੀਦੇ ਨੇ। ਹਾਂਜੀ, ਇੱਕ ਕਾਲਾ ਕਾਨੂੰਨ ਬਣਾਉਣ ਦੇ ਆ ਜੀ ਬਹੁਤ ਜ਼ਿਆਦਾ। ਹਾਂਜੀ, ਇਹਦਾ ਕੀ ਅਸਰ ਤੁਸੀਂ ਦੇਖਦੇ ਹੋ ਜੇ ਵਾਪਸ ਨਹੀਂ ਹੁੰਦੇ? ਨਹੀਂ, ਬੜਾ ਮਾੜਾ ਅਸਰ ਹੈ ਇਹਦਾ। ਸਾਰੇ ਮੰਡੀਆਂ ਬੰਦ ਹੋ ਜਾਂਦੀਆਂ, ਕਈ ਚੀਜ਼ਾਂ ਸਾਰੀਆਂ ਬੰਦ ਹੋ ਜਾਂਦੀਆਂ। ਹਾਂਜੀ ਹਾਂਜੀ। ਸੋ ਮੰਡੀਆਂ ਦੇ ਉੱਤੇ ਅਸਰ ਪੈਣਾ, ਇਹਦਾ ਆਰਥਿਕਤਾ ਦੇ ਅਸਰ ਪੈਣਾ, ਪੰਜਾਬ ਦੀ ਆਰਥਿਕਤਾ ਜਿਹੜੀ ਹੈ ਉਹਦਾ ਨੁਕਸਾਨ ਹੋਏਗਾ। ਇਹ ਭਾਜੀ ਤੁਸੀਂ ਕਿੱਥੋਂ? ਅਸੀਂ ਡਿਸਟ੍ਰਿਕਟ ਗੁਰਦਾਸਪੁਰ, ਤਹਿਸੀਲ ਬਟਾਲਾ, ਪਿੰਡ ਜੌੜਾ ਸਿੰਘਾ। ਹਾਂਜੀ, ਕੀ ਕਹਿਣਾ ਚਾਹੋਗੇ ਜਿਹੜਾ ਮਸਲਾ? ਇਹ ਅਸੀਂ ਆਨੇ ਵੀ ਫਸਲਾਂ ਦੇ ਰੇਟ ਵਧਣੇ ਚਾਹੀਦੇ ਆ। ਹਾਂਜੀ, ਇਹਨਾਂ ਕਾਰਨ ਚ ਵੀ ਜਿਹੜਾ ਵੀ ਮੋਦੀ ਸਾਹਿਬ ਆਪਣਾ ਬਾਜ਼ਾਰ ਦੇ ਰਿਹਾ, ਗਲਤ ਦੇ ਰਿਹਾ ਆ ਵੀ ਕਿਸਾਨਾਂ ਦੇ ਗਲ ਘੁੱਟੇ ਹੋਏ ਆ, ਪਰ ਇਹਨਾਂ ਦੀਆਂ ਰੇਟ ਵਧਣੇ ਚਾਹੀਦੇ ਆ। ਇਸ ਅਸੀਂ ਬੇਨਤੀ ਪ੍ਰਮੋਟ ਕਰਨੇ ਆ ਜੀ। ਹਾਂਜੀ, ਸੋ ਇਸ ਚੀਜ਼ ਨੂੰ ਲੈ ਕੇ ਕਿਸਾਨਾਂ ਦੇ ਮਨਾਂ ਦੇ ਵਿੱਚ ਰੋਸ ਹੈ। ਨੌਜਵਾਨ ਕਿਸਾਨ ਨਾਲ ਤੁਰ ਪਏ ਨੇ, ਤੇ ਇਸ ਵਕਤ ਅਸੀਂ ਇੱਥੇ ਦੇਖ ਸਕਦੇ ਹਾਂ ਕਿ ਜਿਹੜਾ ਸੰਘਰਸ਼ ਚੱਲਦਾ ਪਿਆ, ਕਿਉਂਕਿ ਜਿਵੇਂ ਜਿਵੇਂ ਇਹ ਗੱਲ ਹੁਣ ਅੱਗੇ ਵਧੇਗੀ ਇਹਦਾ ਕੀ ਅਸਰ ਹੁੰਦਾ, ਕਿਉਂਕਿ ਕਿਸਾਨੀ ਦਾ ਮਸਲਾ ਇੱਕ ਛੋਟਾ ਜਿਹਾ ਮਸਲਾ ਨਹੀਂ, ਬਹੁਤ ਵੱਡਾ ਮਸਲਾ ਹੈ, ਬਹੁਤ ਹੀ ਪੇਚੀਦਾ ਮਸਲਾ ਹੈ। ਕਿਸਾਨ ਤਾਂ ਅੱਗੇ ਆਤਮ ਹੱਤਿਆ ਕਰ ਰਹੇ ਆ, ਐਮਐਸਪੀ ਦੇ ਉੱਤੇ ਵੀ ਆਤਮ ਹੱਤਿਆਵਾਂ ਪੰਜਾਬ 'ਚ ਹੋ ਰਹੀਆਂ ਨੇ। ਮਸਲਾ ਤਾਂ ਇਹ ਹੈ ਕਿ ਅੰਨਦਾਤਾ ਜ਼ਹਿਰ ਕਿਉਂ ਖਾ ਰਿਹਾ। ਸੋ ਇਸ ਮਸਲੇ ਨੂੰ ਲੈ ਕੇ ਅਸੀਂ ਆਉਂਦੇ ਦਿਨਾਂ ਦੇ ਵਿੱਚ ਖੁੱਲ ਕੇ ਗੱਲਬਾਤ ਵੀ ਕਰਾਂਗੇ ਕਿ ਆਖਰ ਕੀ ਗੱਲ ਹੈ, ਕੀ ਕਾਰਨ ਹੈ ਕਿ ਅੰਨਦਾਤਾ ਜ਼ਹਿਰ ਖਾਣ ਦੇ ਉੱਤੇ ਮਜਬੂਰ ਹੈ, ਤੇ ਉਸ ਜ਼ਹਿਰ ਖਾਣ ਦੇ ਅੰਨਦਾਤੇ ਨੂੰ ਵੀ ਉਹਦੇ ਕੋਲੋਂ ਫਿਰ ਰੋਟੀ ਖੋਈ ਜਾ ਰਹੀ ਹੈ, ਤੇ ਉਹ ਕਿੱਥੇ ਜਾਏਗਾ, ਇਹ ਸੋਚਣ ਦੀ ਗੱਲ ਹੈ। ਸੋ ਇੱਥੇ ਨਿਹੰਗ ਸਿੰਘ ਪਹੁੰਚੇ ਹੋਏ ਨੇ ਕਿਸਾਨਾਂ ਦੇ ਮਸਲੇ ਦੇ ਵਿੱਚ। ਕੀ ਕਹਿਣਾ ਚਾਹੋਗੇ ਭਾਈ ਸਾਹਿਬ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਦੀ ਧਰਤੀ ਵਸਾਈ, ਜਿੰਨੇ ਵੀ ਇੱਥੇ ਕਿਸਾਨ ਵਸ ਰਹੇ ਹੈ, ਅਸੀਂ ਸਾਰਿਆਂ ਨੂੰ ਬੇਨਤੀ ਆ ਵੀ ਇੱਥੇ ਇੱਕ ਮੁੱਠ ਹੋ ਕੇ ਇਹੋ ਜਿਹਾ ਮੁਜ਼ਾਹਰਾ ਕਰੋ। ਮੋਦੀ ਜੀ, ਇੱਕ ਵਾਰੀ ਮੋਦੀ ਨੂੰ ਪਤਾ ਲੱਗ ਜਾਏ ਵੀ ਵਾਕਿਆ ਕਿਸਾਨ
ਜੂਨੀਅਰ ਇੱਥੇ ਹੈਗੀ ਆ, ਪਾਤਸ਼ਾਹ ਕਲਗੀਆਂ ਵਾਲੇ ਦੀ ਫੌਜ ਹੈਗੀ ਆ। ਇਸ ਕਰਕੇ ਬੇਨਤੀ ਆ ਸਾਰੀਆਂ ਫੌਜਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਕਿਸਾਨ ਵੀਰ ਖੇਤੀਬਾੜੀ ਹੁਣ ਘਰਾਂ ਵਿੱਚ ਰੋਣ ਰਹੀ ਆ, ਪਿੰਡਾਂ 'ਚ ਰੋਣ ਰਹੀ ਆ, ਬੁਰਾ ਹਾਲ ਹੈ। ਉਹ ਵੇਚਣਗੇ, ਸਾਰੀ ਸੰਗਤ ਖੁਸ਼ ਹੋ ਕੇ ਛਕੂਗੀ, ਛਕਾਊਗੀ ਤੇ ਰੱਬ ਦਾ ਗੁਣ ਗਾਊਗੀ। ਜੇ ਕਿਸਾਨਾਂ ਦੀ ਖੇਤੀ ਨਾ ਵਿਕੀ ਤੇ ਦੁਨੀਆ ਕਿਸ ਤਰ੍ਹਾਂ ਇਹ ਪਲੂਗੀ? ਕਿਸਾਨਾਂ ਦੇ ਨਾਲ ਇਹ ਦੁਨੀਆ ਪਲਦੀ ਹੈ। ਇਹ ਕਰਕੇ ਬੇਨਤੀ ਹੈ ਕਿਸਾਨਾਂ ਵੀਰਾਂ ਦੀ ਵੱਧ ਤੋਂ ਵੱਧ ਸਾਰਿਆਂ ਫੌਜਾਂ ਨੂੰ ਮਦਦ ਕਰਨੀ ਆ। ਜੇ ਕਿਸਾਨ ਸਾਡੇ ਵੀਰ ਖੇਤੀ ਕਰਨਗੇ ਤੇ ਸਾਰੀ ਸੰਗਤ ਇਹ ਫਲ ਛਕੂਗੀ। ਹੁਣ ਫਲ ਪੱਕਿਆ ਵਾ ਤੇ ਫਲ ਦੀ ਇਹ ਕੀਮਤ ਪੈਣੀ ਚਾਹੀਦੀ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਕਿਸਾਨ ਵੀਰਾਂ ਦੇ ਨਾਲ ਚੱਲੋ ਤੇ ਸਾਰਾ ਨਗਰ ਵਸਦੇ ਰਹਿਣ। ਬਟਾਲਾ ਸਾਹਿਬ ਧਰਤੀ ਬਾਬੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਲਾਡਲੀ ਫੌਜ ਇੱਥੇ ਵਸ ਰਹੀ ਆ। ਅਸੀਂ ਸਾਰੀਆਂ ਫੌਜਾਂ ਨੂੰ ਬੇਨਤੀ ਕਰਦੇ ਆ, ਪੰਜਾਬ ਦੀਆਂ ਫੌਜਾਂ ਨੂੰ ਬੇਨਤੀ ਕਰਦੇ ਆ, ਵੱਧ ਤੋਂ ਵੱਧ ਸਾਰੇ ਜਥੇਬੰਦੀ ਜਾ ਕੇ ਆਪੋ ਆਪਣਾ ਟਾਈਮ ਦਿਓ ਤੇ ਆਪਣਾ ਟਾਈਮ ਕੱਢ ਕੇ ਇੱਥੇ ਹਿੱਸਾ ਪਾਓ ਤੇ ਤੁਹਾਡੀ ਜਿੱਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਇਹ ਸਾਰੀ ਕਿਸਾਨ ਦੀ ਫਸਲ ਵਿਕੇਗੀ, ਉਹਦੀ ਆਮਦਨ ਵਧੇਗੀ ਤੇ ਫਿਰ ਹੀ ਬਾਕੀ ਸਾਰੀਆਂ ਚੀਜ਼ਾਂ, ਚਾਹੇ ਗੱਲ ਲੰਗਰਾਂ ਦੀ ਹੋਏ, ਚਾਹੇ ਬਾਜ਼ਾਰਾਂ ਦੀ ਹੋਏ, ਹਰ ਕਾਰਜ ਜਿਹੜਾ ਇਸ ਚੀਜ਼ ਦੇ ਨਾਲ ਜੁੜਿਆ ਹੋਇਆ। ਸੋ ਇੱਕ ਨੌਜਵਾਨ ਸਾਡੇ ਨਾਲ ਇਹ ਵੀ ਇੱਥੇ ਪਹੁੰਚੇ ਨੇ, ਤੁਸੀਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਆ ਕਰਨ ਸ਼ਰਮਾ। ਸੋ ਸਾਰਿਆਂ ਦਾ ਦਿਲੋਂ ਸ਼ੁਕਰੀਆ, ਦਿਲੋਂ ਧੰਨਵਾਦ ਆ ਆਏ ਹੋਏ ਕਿਸਾਨਾਂ ਦਾ। ਤੇ ਅੱਜ ਤੁਸੀਂ ਦੇਖ ਰਹੇ ਹੋ ਬਟਾਲੇ ਦੇ ਵਿੱਚ ਗਾਂਧੀ ਚੌਂਕ ਵਿੱਚ ਬਹੁਤ ਹੀ ਵੱਡਾ ਧਰਨਾ ਲੱਗ ਰਿਹਾ ਹੈ ਤੇ ਗਾਮੋ ਗਾਮ ਕੰਮ ਬਹੁਤ ਚੱਲ ਰਿਹਾ ਹੈ। ਮੈਂ ਇਹੋ ਕਹਿਣਾ ਚਾਹੁੰਦਾ ਜੋ ਸਾਡੇ ਕਿਸਾਨ ਵੀਰਾਂ ਨਾਲ ਧੱਕਾ ਹੋ ਰਿਹਾ ਹੈ, ਮੋਦੀ ਸਾਹਿਬ ਜੋ ਬੈਠੇ ਨੇ ਦਿੱਲੀ ਵਿੱਚ ਆਪਣੇ ਤਖਤ ਤੇ ਆਪਣੇ ਭੋਲੇ ਗੱਦੇ ਛੱਡਣ ਤੇ ਆਪਣੇ ਕਿਸਾਨ ਵੀਰਾਂ ਦਾ ਦੁੱਖ ਜ਼ਾਹਿਰ ਕਰਨ, ਉਹਨਾਂ ਦਾ ਦੁੱਖ ਸੁਣਨ। ਬਹੁਤ ਹੀ ਜ਼ੁਲਮ ਹੋ ਰਿਹਾ ਕਿਸਾਨ ਵੀਰ ਨਾਲ। ਇੱਕ ਕਿਸਾਨ ਵੀਰ ਹੀ ਆ ਜਿਹੜਾ ਸਾਰੀ ਸੰਸਾਰ ਦਾ ਢਿੱਡ ਭਰਦਾ, ਸਾਰੇ ਲੋਕਾਂ ਦਾ ਢਿੱਡ ਭਰਦਾ। ਜੇ ਇਹ ਮੁੱਕ ਗਿਆ ਤੇ ਰਹਿਣਾ ਮੋਦੀ ਸਾਹਿਬ ਤੁਸੀਂ ਵੀ ਨਹੀਂ, ਠੀਕ ਆ। ਇਹ ਕਰਕੇ ਕਿਸਾਨ ਵੀਰੀ ਸਾਰੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਗਲੀਆਂ ਵਿੱਚ, ਮੁਹੱਲਿਆਂ ਵਿੱਚ ਜਿੰਨੇ ਵੀ ਕਿਸਾਨ ਵੀਰ ਰਹਿੰਦੇ ਨੇ, ਸਾਰੇ ਵੱਧ ਤੋਂ ਵੱਧ ਚੜ੍ਹ ਤੋਂ ਚੜ੍ਹ ਸਾਰੇ ਆਪਾਂ ਇਕੱਠੇ ਹੋ ਗਏ, ਇੱਕ ਮੁੱਠ ਹੋ ਕੇ ਭਾਈ ਏਕਤਾ ਨਾਲ ਸਾਰੇ ਆਪਣੇ ਹੱਕ ਲਈ ਲੜੀਏ ਤੇ ਕਿਸਾਨ ਏਕਤਾ ਨੂੰ ਇਨਸਾਫ ਦਿਵਾਈਏ। ਆਪਣੇ ਗਿਣ ਅਸੀਂ ਬਦਲੇ ਲਵਾਂਗੇ ਜਿੰਨੇ ਸਾਡੇ ਨਾਲ ਜ਼ੁਲਮ ਹੋ ਰਹੇ ਨੇ, ਧੱਕੇ ਹੋ ਰਹੇ ਨੇ, ਇਹ ਸਰਕਾਰਾਂ ਧੱਕੇ ਕਰ ਰਹੀਆਂ ਨੇ। ਇਹ ਸਾਰੇ ਹੀ ਆਪਣੇ ਇਹਨਾਂ ਸਾਰਿਆਂ ਦਾ ਇੱਕ ਜਵਾਬ ਜਿਹੜਾ ਇਸ ਸੰਘਰਸ਼ ਦੇ ਵਿੱਚੋਂ ਮਿਲੇਗਾ। ਸੋ ਆਪਾਂ ਦੇਖ ਸਕਦੇ ਹਾਂ, ਸੋ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਇੱਥੇ ਜਿਹੜੇ ਟੈਕਨੀਕਲ ਯੂਨੀਅਨ ਵਾਲੇ ਜਿਹੜੇ ਨੇ, ਲਾਲ ਝੰਡੇ ਵਾਲੇ, ਉਹ ਵੀ ਹੁਣ ਇੱਥੇ ਸ਼ਾਮਲ ਹੋ ਗਏ ਨੇ। ਕਿਸਾਨ ਬੈਠੇ ਹੋਏ ਨੇ ਵੀਰ। ਸੋ ਆਪਾਂ ਦੇਖ ਸਕਦੇ ਹਾਂ ਕਿ ਕਿਉਂਕਿ ਇਹ ਮਸਲਾ ਸਾਰੀ ਕਿਸਾਨੀ ਦਾ, ਸਾਰੇ ਪੰਜਾਬ ਦਾ, ਇਹਦੇ ਬਾਰੇ ਸਾਰੇ ਹੀ ਸੁਚੇਤ ਹੋ ਰਹੇ ਨੇ ਤੇ ਉਮੀਦ ਕਰਦੇ ਹਾਂ ਕਿ ਇਸ ਦੇ ਵਿੱਚੋਂ ਕੋਈ ਚੰਗੇ ਤੱਤ ਨਿਕਲ ਕੇ ਬਾਹਰ ਆਉਣਗੇ। ਸੋ ਸਾਡੇ ਨਾਲ ਅਵਤਾਰ ਸਿੰਘ ਸੰਧੂ ਸਾਹਿਬ ਮੌਜੂਦ ਨੇ, ਅਗਾਂਹਵਧੂ ਕਿਸਾਨ ਨੇ। ਕਿਸਾਨਾਂ ਨੂੰ ਸੇਧ ਦੇਣ ਦੇ ਵਾਸਤੇ ਚਾਰਾਜੋਈ ਇਹਨਾਂ ਦੇ ਗਰੁੱਪ ਵੱਲੋਂ ਲਗਾਤਾਰ ਜਾਰੀ ਹੈ। ਮੇਰਾ ਇੱਕ ਸਵਾਲ ਹੀ ਹੈ, ਸਿੰਪਲ ਇੱਕ ਸਵਾਲ ਹੈ, ਆਖਿਰ ਅੰਨਦਾਤਾ ਜ਼ਹਿਰ ਕਿਉਂ ਖਾ ਰਿਹਾ? ਇਹ ਵੇਖੋ ਜੀ, ਅੰਨਦਾਤੇ ਦੀ ਜ਼ਹਿਰ ਖਾਣ ਵਾਲੀ ਗੱਲ ਜਿਹੜੀ ਹੈ ਨਾ, ਇਹ ਤੇ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਸ਼ੁਰੂ ਤੋਂ ਚੱਲਦੀਆਂ ਆ ਰਹੀਆਂ ਨੇ ਨਾ, ਇਹ ਕਿਸਾਨ ਹਿੱਤ ਵਿੱਚ ਨਹੀਂ। ਇਹਦੇ ਕਰਕੇ ਕਿਸਾਨ ਦੀ ਜਿਹੜੀ ਫਸਲ ਆ ਨਾ, ਜੇ ਸਨ 72 ਤੋਂ ਲਾ ਕੇ 80 ਤੋਂ ਲਾ ਕੇ ਜਿਹੜੀਆਂ ਤਨਖਾਹਾਂ ਸਨ ਨਾ, ਉਹਨਾਂ ਦੇ ਮੁਨਾਸਬ ਕਿਸਾਨ ਦੀ ਫਸਲ ਦਾ ਰੇਟ ਨਹੀਂ ਵਧਿਆ। ਕਾਸ਼ ਕਿਤੇ ਇਹ ਰੇਟ ਵਧਾਉਂਦੇ ਨਾ, ਜਿੱਦਾਂ 86-87 ਵਿੱਚ ਆਮ ਭਰਤੀ ਸੀ ਤੇ 1600-1700 ਰੁਪਇਆ ਤਨਖਾਹ ਸੀ। ਉਦੋਂ ਜਿਹੜੀ ਕਿਸਾਨ ਦੀ ਫਸਲ ਸੀ 80 ਰੁਪਏ ਕੁਇੰਟਲ ਵਿਕਦੀ ਸੀ। ਤੇ ਅੱਜ ਦਾ ਪੱਖ ਵੇਖੀਏ ਤੇ ਅੱਜ ਉਹ ਜਿਹੜੇ 1600-1800 ਤਨਖਾਹ ਲੈਂਦੇ ਸਨ, ਉਹਨਾਂ ਦੀਆਂ ਤਨਖਾਹਾਂ 65 ਹਜ਼ਾਰ ਰੁਪਏ ਹੋ ਗਈਆਂ ਨੇ, ਹਰ ਮਹਿਕਮੇ ਦੀਆਂ, ਉਹ ਨਹੀਂ ਇੱਕ ਮਹਿਕਮੇ ਦੀਆਂ। ਤੇ ਕਿਸਾਨ ਦੀ ਫਸਲ ਉੱਥੇ ਹੀ 1700-1800 ਤੇ ਰਹਿ ਗਈ ਹੈ। ਤੇ ਜਿਹੜੀ ਹੋਰ ਮਹਿੰਗਾਈ ਹੈ, ਦਵਾਈਆਂ ਨੇ, ਖਾਦਾਂ ਨੇ, ਸਭ ਕੁਝ ਇਹ ਉਸੇ ਮੁੱਦੇ ਨਾਲ ਹੀ ਵਧੀਆਂ ਨੇ, ਉਹਨਾਂ 'ਚ ਕੋਈ ਘਾਟ ਨਹੀਂ ਆਈ। ਵੀ ਜੇ ਕਾਸ਼ ਕਿਤੇ ਜਿਸ ਤਰ੍ਹਾਂ ਦਵਾਈਆਂ, ਖਾਦਾਂ, ਹੋਰ ਮਹਿਕਮੇ, ਫਸਲਾਂ ਵਧਾਈਆਂ ਗਈਆਂ ਨੇ, ਕਾਸ਼ ਉਸ ਵਿਧੀ ਨਾਲ ਕਿਤੇ ਅਸੀਂ ਵਧਾਉਂਦੇ ਨਾ
ਫਸਲਾਂ ਦੇ ਮੁੱਲ ਵੀ ਫਸਲਾਂ ਦੇ ਮੁੱਲ ਵਧਾਉਂਦੇ ਤੇ ਸਾਡਾ ਜਿਹੜਾ ਅੰਨਦਾਤਾ ਹੈ ਨਾ ਉਹ ਕਦੇ ਜ਼ਹਿਰ ਨਾ ਖਾਂਦਾ। ਅਸੀਂ ਇਸ ਚੀਜ਼ ਨੂੰ ਬਦਨਸੀਬ ਗਿਣਦੇ ਹਾਂ ਆਪਣੇ ਆਪ ਨੂੰ ਵੀ ਸਾਡੇ ਨਾਲ ਧੱਕਾ ਹੋਣ ਡਿਆ, ਸਾਡੇ ਨਾਲ ਵਿਸ਼ਵਾਸ ਵਿੱਚ ਨਹੀਂ ਲਿਆ ਗਿਆ ਸਾਨੂੰ ਵੀ ਜੋ ਇੱਥੋਂ ਚੱਲਦੇ ਸਨ। ਚਲੋ ਫਿਰ ਵੀ ਕਿਸਾਨ ਥੋੜਾ ਬਹੁਤਾ ਬਚਦਾ ਹੁੰਦਾ ਸੀ, ਪਰ ਜਿਹੜੇ ਹੁਣ 3 ਆਰਡੀਨੈਂਸ ਜਾਰੀ ਕਰ ਦਿੱਤੇ ਗਏ ਨੇ ਨਾ, ਇਹ ਤੇ ਆਉਣ ਵਾਲੇ ਸਮੇਂ 'ਚ ਕੋਈ ਚੰਗੀ ਨੀਤੀ ਨਹੀਂ ਲੱਗਦੀ। ਇਹ ਤੇ ਸਰ ਇੱਥੋਂ ਤੱਕ ਲੱਗਦਾ ਵਾ ਵੀ ਕੋਈ ਸੁਭਾਵਨਾ ਚੰਗੀ ਨਹੀਂ ਲੱਗਦੀ। ਸੋ ਬਿਲਕੁਲ ਸਵਾਲ ਜਿਹੜਾ ਬੜਾ ਇੱਕ ਖਤਰਨਾਕ ਨੁਕਤੇ ਤੇ ਹੈ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਅੰਨਦਾਤਾ ਜਿਹੜਾ ਉਹ ਪਹਿਲਾਂ ਜ਼ਹਿਰ ਖਾ ਰਿਹਾ। ਪੰਜਾਬ 'ਚ ਕਿੰਨੇ ਸੁਸਾਈਡ ਹੋ ਰਹੇ ਨੇ, ਕਿੰਨਾ ਵੱਡਾ ਵੇਖੋ ਪਰਿਵਾਰ ਦਾ ਇੱਕ ਮੁਖੀ ਇੱਕ ਜੀ ਜਿਹੜਾ ਚਲਾ ਜਾਏ ਤੇ ਪਰਿਵਾਰ ਕੱਖੋਂ ਹੌਲਾ ਹੋ ਜਾਂਦਾ। ਐਸੇ ਹਾਲਾਤਾਂ ਦੇ ਵਿੱਚ ਜਿਹੜਾ MSP ਵੀ ਖੋਹ ਲੈਣਾ ਇਹ ਤਾਂ ਬਿਲਕੁਲ ਹੀ ਉਹਨੂੰ ਇੱਕ ਹੋਰ ਧਰਾਤਲ ਦੇ ਵਿੱਚ ਜਾਂ ਕਿ ਆਪਾਂ ਕਹਿ ਦਈਏ ਵੀ ਖੋਜ ਸੁੱਟਣ ਵਾਲੀ ਗੱਲ ਹੈ। ਸੋ ਇਸ ਨੂੰ ਲੈ ਕੇ ਜਿਵੇਂ ਲਾਮਬੰਦੀ ਹੋਈ ਹੈ ਜੀ ਅੱਜ ਦਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਅਸਰ ਹੋਇਆ, ਤੁਸੀਂ ਕੀ ਮਹਿਸੂਸ ਕਰਦੇ ਹੋ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਸਰ ਇਹਦੇ ਬਾਰੇ ਜਿਹੜਾ ਪੰਜਾਬ BJP ਦਾ ਪ੍ਰਧਾਨ ਆ ਨਾ, ਇਹ ਉਹਦੀ ਕੋਠੀ ਵੀ ਗਏ ਜੀ, ਉਹਨੂੰ ਵੀ ਅਸੀਂ ਬੇਨਤੀ ਕਰਨ ਗਏ ਕਿ ਤੂੰ ਜਿਹੜੀ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਆ ਨਾ ਉਹਨੂੰ ਉਠਾ ਕੇ ਤੇ ਸੈਂਟਰ ਗਵਰਨਮੈਂਟ ਨੂੰ ਪਹੁੰਚਾ। ਅਸੀਂ ਉਹਨੂੰ ਲਿਖ ਕੇ ਪੱਤਰ ਵੀ ਦੇ ਕੇ ਆਏ ਤੇ BJP ਪ੍ਰਧਾਨ ਪੰਜਾਬ ਅਸ਼ਵਨੀ ਸ਼ਰਮਾ ਉਹਦੇ ਕੋਲ ਵੀ ਅਸੀਂ ਕੋਈ 500-700 ਕਿਸਾਨ ਗਏ ਸੀ, ਪਰ ਉਹਨੇ ਵੀ ਕੋਈ ਸਾਡੀ ਆਵਾਜ਼ ਨਹੀਂ ਸੁਣੀ। ਉਸ ਤੋਂ ਇਲਾਵਾ ਫਿਰ ਅਸੀਂ DC ਸਾਹਿਬ ਦੇ ਵੀ ਗਏ ਆ ਤੇ SDM ਸਾਹਿਬ ਦੇ ਵੀ ਗਏ ਆ। ਅਸੀਂ ਪੰਜਾਬ ਦੇ ਸਾਰੇ ਅਫਸਰਾਂ ਦੇ ਕੋਲ ਇਹ ਐਪਲੀਕੇਸ਼ਨ ਆਪਣੀ ਵੀ ਹੋਏ ਆ ਜੀ, ਮੰਗ ਪੱਤਰ ਦੇ ਆਏ ਆ, ਪਰ ਇਹਨਾਂ 2-2.5 ਮਹੀਨਿਆਂ ਦੇ ਵਿੱਚ ਸਾਨੂੰ ਲੱਗਦਾ ਵਾ ਵੀ ਸਾਡੇ ਮੰਗ ਪੱਤਰ ਜਿਹੜੇ ਆ ਨਾ ਉਹ ਇੱਕ ਫਜ਼ੂਲ ਪੇਪਰ ਸਮਝ ਕੇ ਹੀ ਪਾੜ ਦੇਣ ਵਾਲੀ ਗੱਲ ਅਸੀਂ ਸਮਝਦੇ ਆ। ਜੇ ਇੰਨੇ ਅਸੀਂ ਮੰਗ ਪੱਤਰ ਦਿੱਤੇ ਨੇ ਪੰਜਾਬ 'ਚ ਤੇ ਜੇ ਇਹ ਸੈਂਟਰ ਗਵਰਨਮੈਂਟ ਨੂੰ ਭੇਜਦੇ ਤੇ ਉਹ ਕੁਛ ਤੇ ਸੋਚਦੇ, ਪਰ ਉਹਦੇ ਤੇ ਸੋਚਿਆ ਕੁਛ ਨਹੀਂ ਗਿਆ। ਉਹ ਸਾਨੂੰ ਬੜਾ ਅਫਸੋਸ ਲੱਗਦਾ ਆਪਣੇ ਆਪ ਨੂੰ। ਤੇ ਜੋ ਹੁਣ ਹੋਣ ਡਿਆ, ਹੁਣ ਸਾਨੂੰ ਸੁਭਾਵਨਾ ਲੱਗਦੀ ਵੀ ਪੰਜਾਬ ਦੀ ਹਰ ਇੱਕ ਜਥੇਬੰਦੀ ਲਾਮੰਦ ਇੱਕ ਪਲੇਟਫਾਰਮ ਤੇ ਆ ਗਈ ਹੈ। ਜੋ ਇੱਕ ਪਲੇਟਫਾਰਮ ਤੇ ਆ ਗਈ ਹੈ ਨਾ, ਉਹਦੇ ਤੋਂ ਅਸੀਂ ਆਸ ਕਰਦੇ ਹਾਂ ਕਿ ਹੁਣ ਤੇ ਰਾਜਨੀਤਿਕ ਲੋਕ ਵੀ ਸਾਡੇ ਮਗਰ ਲੱਗੇ ਨੇ, ਬਲਕਿ ਅਸੀਂ ਉਹਨਾਂ ਦੇ ਮਗਰ ਨਹੀਂ ਲੱਗੇ। ਇਸ ਵੇਲੇ ਰਾਜਨੀਤਿਕ ਇਹ ਗੱਲ ਮੇਰੇ ਖਿਆਲ ਨਾਲ ਪਹਿਲੀ ਵਾਰੀ ਸ਼ਾਇਦ ਹੋਈ ਹੈ ਪੰਜਾਬ ਦੇ ਵਿੱਚ ਕਿ ਰਾਜਨੀਤਿਕ ਪਾਰਟੀਆਂ ਪਿੱਛੇ ਨੇ ਤੇ ਕਿਸਾਨ ਅੱਗੇ ਆ। ਸੋ ਆਮ ਤੌਰ ਤੇ ਲੀਡਰ ਅੱਗੇ ਹੁੰਦੇ ਸੀ ਤੇ ਕਿਸਾਨ ਉਹਨਾਂ ਦੀ ਹਮਾਇਤ ਤੇ ਹੁੰਦੇ ਸੀ, ਪਰ ਕਿਸਾਨਾਂ ਦੀ ਹਮਾਇਤ ਤੇ ਲੀਡਰਾਂ ਨੂੰ ਆਉਣਾ ਪਿਆ। ਇਹ ਇੱਕ ਮੈਂ ਸਮਝਦਾ ਬੜੀ ਵੱਡੀ ਕਾਮਯਾਬੀ ਹੈ ਇਸ ਮਸਲੇ ਦੇ ਵਿੱਚ। ਇਹਦੇ 'ਚ ਕੋਈ ਸ਼ੱਕ ਨਹੀਂ ਆਪਣੇ ਜੀ। ਇਸ ਵੇਲੇ BJP, ਕਾਂਗਰਸ, ਅਕਾਲੀ ਪਾਰਟੀ ਇਹ ਕਿਸਾਨਾਂ ਦੇ ਮਗਰ ਆ। ਵੇਖੋ ਅੱਜ ਦਾ ਧਰਨਾ 25 ਤਰੀਕ ਦਾ ਪੰਜਾਬ ਬੰਦ ਕਿਸਾਨਾਂ ਦੀ ਆਵਾਜ਼ ਸੀ ਪਹਿਲਾਂ, ਅੱਜ ਤੋਂ ਵੀ 10 ਦਿਨ ਪਹਿਲਾਂ, ਤੇ ਪਰਸੋਂ ਦਾ ਇਹਨਾਂ ਵੀ ਐਲਾਨ ਕਰਤਾ ਵੀ ਅਸੀਂ ਵੀ ਇਸ ਪੰਜਾਬ 'ਚ ਸ਼ਾਮਲ ਹੋਣਾ ਹੈ। ਤੇ ਬੜੇ ਅਫਸੋਸ ਦੀ ਗੱਲ ਆ ਵੀ ਜੇ ਸ਼ਾਮਲ ਹੋਣਾ ਸੀ ਤੇ ਸਾਡੇ 'ਚ ਬਹਿੰਦੇ, ਪਰ ਇਹਨਾਂ ਨੇ ਅੱਜ ਆਪਣੇ ਜਿੱਥੇ ਡਫਲੀ ਵਜਾਈ ਏ, ਫਿਰ ਵੀ ਕਿਸਾਨ ਦੇ ਆਣ ਕੇ ਨਾਲ ਨਹੀਂ ਬੈਠੇ ਤੇ ਬੰਦ ਕੀਤਾ। ਇਹਨਾਂ ਵੀ ਬੰਦ ਕੀ ਕੀਤਾ ਵੀ ਅਸੀਂ ਤੇ ਬੰਦ ਕਰਤਾ ਸੀ ਤੇ ਪੰਜਾਬ ਦੇ ਹਰ ਇੱਕ ਦੁਕਾਨਦਾਰ ਨੇ ਸਾਡੀ ਆਵਾਜ਼ ਸੁਣ ਲਈ ਸੀ ਤੇ ਉਹਨਾਂ ਨੇ ਬੜੀ ਸਾਡੀ ਆਵਾਜ਼ ਸੁਣ ਕੇ ਤੇ ਸਾਨੂੰ ਬੰਦ ਦਾ ਹੰਗਾਰਾ ਦਿੱਤਾ ਤੇ ਸਾਡੇ ਨਾਲ ਆਮ ਲੋਕ ਸਹਿਮਤ ਹੋਏ ਨੇ। ਤੇ ਇਹਨਾਂ ਨੇ ਵੀ ਅੱਜ ਕਿਤੇ ਕੋਈ ਬਾਈਪਾਸ ਤੇ ਬੈਠਾ, ਕੋਈ ਕਿਤੇ ਬੈਠਾ, ਪਰ ਇਹਨਾਂ ਦਾ ਮਹਿਸੂਸ ਹੁੰਦਾ ਵਾ ਵੀ ਇਹਨਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ। ਜੇ ਇਹ ਸਾਡੇ ਮਗਰ ਲੱਗੇ ਨੇ ਨਾ ਤੇ ਸਾਡੇ ਵਿੱਚ ਆਣ ਕੇ ਬਹਿਣ, ਸਾਡੇ ਤੋਂ ਓਲੇ ਹੋ ਕਿਉਂ ਬਹਿੰਦੇ ਆ? ਬਿਲਕੁਲ ਹੁਣ ਇਹ ਸਮਾਂ ਇਸ ਰਾਜਨੀਤੀ ਤੋਂ ਉੱਪਰ ਉੱਠਣ ਦਾ ਹੈ, ਕਿਸਾਨਾਂ ਦੇ ਨਾਲ ਖੜੇ ਹੋਣ ਦਾ ਹੈ ਤੇ ਫੇਰ ਹੀ ਜਿਹੜੇ ਮਸਲੇ ਹੱਲ ਹੋਣਗੇ। ਸੋ ਨੌਜਵਾਨ ਕਿਸਾਨ ਜੁਝਾਰ ਸਿੰਘ ਸਾਡੇ ਨਾਲ ਮੌਜੂਦ ਨੇ ਇਸ ਵੇਲੇ। ਇਹ ਜੋ ਮਸਲਾ ਹੈ ਇਹਨੂੰ ਤੁਸੀਂ ਕਿਸ ਨਿਗਾਹ ਤੋਂ ਦੇਖਦੇ ਹੋ, ਜੋ ਕਿਸਾਨੀ ਦਾ ਮਸਲਾ ਖੜਾ ਹੈ ਇਸ ਵੇਲੇ? ਦੇਖੋ ਜੀ, ਕਿਸਾਨੀ ਦਾ ਮਸਲਾ ਇਹ ਕੋਈ ਅੱਜ ਦਾ ਨਹੀਂ ਆ, ਇਹ ਜਿਸ ਦਿਨ ਦੇਸ਼ ਦੀ ਵੰਡ ਹੋ ਗਈ ਸੀ ਪੰਜਾਬ ਦੀ ਉਸ ਦਿਨ ਤਾਂ ਹੀ ਖੜਾ ਹੋ ਗਿਆ। ਕਿਉਂਕਿ ਇਸ ਹਿੰਦੁਸਤਾਨ ਦੇ ਵਿੱਚ ਇੰਨੀ ਵੱਡੀ ਗਿਣਤੀ 'ਚ ਲੋਕ ਵਸਦੇ ਨੇ, ਇੰਨੀ ਥੋੜੀ ਜਗ੍ਹਾ ਦੇ ਵਿੱਚ ਇੰਨੀ ਸੰਘਣੀ ਆਬਾਦੀ ਆ, ਤਾਂ ਉਹਨਾਂ ਨੂੰ ਰੋਟੀ ਖਵਾਉਣਾ ਕੋਈ ਸੌਖੀ ਗੱਲ ਨਹੀਂ ਸੀ। ਉਹਦੇ ਵਾਸਤੇ ਹਿੰਦੁਸਤਾਨ ਨੇ ਜਿਹੜੀਆਂ ਵੈਸਟਰਨ ਕੰਟਰੀ ਨਾਲ ਸੰਪਰਕ ਕਰਕੇ ਇੱਕ ਗ੍ਰੀਨ ਰੈਵੋਲੂਸ਼ਨ ਲਿਆਂਦੀ। ਉਹਦੇ ਵਾਸਤੇ ਪੰਜਾਬ ਦੀ ਜ਼ਮੀਨ ਨੂੰ ਚੁਣਿਆ ਗਿਆ। ਪੰਜਾਬ ਦੀ ਜ਼ਮੀਨ ਨੂੰ ਕਿਉਂ ਚੁਣਿਆ ਗਿਆ? ਕਿਉਂਕਿ ਪੰਜਾਬ ਦੇ ਲੋਕ ਮਿਹਨਤ ਕਰ ਸਨ, ਇਹ ਜਾਣਦੇ ਸਨ ਜ਼ਮੀਨਾਂ ਆਬਾਦ ਕਰਨੀਆਂ। ਇਹਨਾਂ ਨੇ ਬਾਰ ਦਾ ਇਲਾਕਾ ਆਬਾਦ ਕੀਤਾ, ਲੈਲਪੁਰ ਦਾ ਇਲਾਕਾ ਆਬਾਦ ਕੀਤਾ। ਇਸ ਤੋਂ ਇਲਾਵਾ ਇਹਨਾਂ ਨੇ ਹਨੂਮਾਨਗੜ੍ਹ
ਗੰਗਾ ਨਗਰ ਦਾ ਇਲਾਕਾ ਆਬਾਦ ਕੀਤਾ ਸੀ ਤੇ ਪੰਜਾਬ ਦੇ ਸਿੱਖ ਕਿਸਾਨਾਂ ਨੂੰ ਇਸ ਵਾਸਤੇ ਚੁਣਿਆ ਗਿਆ। ਉਸ ਤੋਂ ਬਾਅਦ ਜਦੋਂ ਲਾਲ ਬਹਾਦਰ ਸ਼ਾਸਤਰੀ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੰਦਾ ਤਾਂ ਉਹ ਗੁਜਰਾਤ ਦਾ ਕਸ਼ ਭੁੱਜ ਜਿਹੜਾ ਜਿੱਥੇ ਭੰਗ ਭੁੱਜਦੀ ਸੀ ਉੱਥੇ ਪੰਜਾਬ ਦੇ ਕਿਸਾਨ ਜਾਂਦੇ ਨੇ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦਾ ਤਰਾਈ ਦਾ ਇਲਾਕਾ, ਉੱਥੇ ਪੰਜਾਬ ਦੇ ਕਿਸਾਨ ਜਿੱਥੇ ਕਿਤੇ ਇੰਨੇ ਸ਼ੇਰ ਵੱਡੀ ਗਿਣਤੀ ਜੰਗਲੀ ਸ਼ੇਰ ਸਨ ਕਿ ਆਮ ਲੋਕਾਂ ਦਾ ਰਹਿਣਾ ਮੁਸ਼ਕਲ ਸੀ, ਉੱਥੇ ਸਿੱਖ ਕਿਸਾਨੀ ਜਾਂਦੀ ਆ। ਤਾਂ ਜਦੋਂ ਸਿੱਖ ਕਿਸਾਨੀ ਨੇ ਵੱਡੀ ਗਿਣਤੀ ਦਾ ਖੇਤੀਬਾੜੀ ਕਰਕੇ ਇਸ ਦੇਸ਼ ਦਾ ਢਿੱਡ ਭਰਿਆ ਤਾਂ ਇਹਨਾਂ ਦੀ ਨੀਤ ਫਿੱਟ ਗਈ। ਅੱਜ ਇਹਨਾਂ ਕੋਲ ਆਪਣੇ ਗੰਗਾ ਦੇ ਮੈਦਾਨਾਂ ਦੇ ਵਿੱਚ ਅਨਾਜ ਪੈਦਾ ਹੋਣ ਲੱਗ ਗਿਆ ਤਾਂ ਇਹਨਾਂ ਨੂੰ ਅੱਜ ਪੰਜਾਬ ਦੇ ਅਨਾਜ ਦੀ ਲੋੜ ਨਹੀਂ। ਸਿੱਧੀ ਨਾ ਤਾਂ ਕਰ ਨਹੀਂ ਸਕਦੇ, ਇਸ ਲਈ ਇਹੋ ਜਿਹੇ ਵਿੰਗ ਵਾਲ ਪਾ ਕੇ ਕਾਨੂੰਨ ਪਾਸ ਕਰ ਰਹੇ ਨੇ। ਇਸ ਤੋਂ ਪਹਿਲਾਂ ਵੀ ਜਦੋਂ ਇਹਨਾਂ ਦੀ ਨੀਤ ਦੇ ਵਿੱਚ ਉਦੋਂ ਹੀ ਫਰਕ ਸੀ ਜਦੋਂ ਇਹਨਾਂ ਨੇ ਇੱਕ ਪਾਸੇ ਤਾਂ ਪੰਜਾਬ ਨੂੰ ਖੇਤੀ ਵਾਲੇ ਪਾਸੇ ਧੱਕ ਰਹੇ ਸੀ, ਦੂਜੇ ਪਾਸੇ ਪੰਜਾਬ ਦਾ ਪਾਣੀ ਖੋਇਆ ਜਾ ਰਿਹਾ ਸੀ। ਇਹ ਦੋ ਚੀਜ਼ਾਂ ਕਦੇ ਵੀ ਨਹੀਂ ਹੋ ਸਕਦੀਆਂ ਇਕੱਠੀਆਂ ਕਿ ਇੱਕ ਪਾਸੇ ਤੁਸੀਂ ਉਸ ਖੇਤੇ ਦੇ ਲੋਕਾਂ ਨੂੰ ਕਹਿ ਰਹੇ ਹੋ ਕਿ ਖੇਤੀ ਕਰੋ, ਦੂਜੇ ਪਾਸੇ ਉਹਨਾਂ ਦਾ ਪਾਣੀ ਖੋ ਰਹੇ ਹੋ। ਇਹਦਾ ਪਾਣੀ ਰਾਜਸਥਾਨ ਨੂੰ ਦਿੱਤਾ ਗਿਆ ਤਾਂ ਜੋ ਉੱਥੇ ਦਾ ਅਨਾਜ ਪੈਦਾ ਕੀਤਾ ਜਾ ਸਕੇ। ਨਜਾਇਜ਼ ਤਰੀਕੇ ਨਾਲ ਪਾਣੀ ਹਰਿਆਣੇ ਨੂੰ ਦਿੱਤਾ ਗਿਆ, ਉਹਦੇ ਜਮਨਾ ਦਾ ਪਾਣੀ ਨਹੀਂ ਵੰਡਿਆ ਗਿਆ, ਪੰਜਾਬ ਦੇ 3 ਦਰਿਆਵਾਂ ਦਾ ਪਾਣੀ ਵੰਡਿਆ ਗਿਆ। ਇਸ ਤੋਂ ਇਲਾਵਾ ਅੱਜ ਜਦੋਂ ਪਾਣੀ ਖੋਲਿਆ ਤਾਂ ਉਸ ਤੋਂ ਬਾਅਦ ਕੀ ਰਹਿ ਗਿਆ? ਜ਼ਮੀਨ। ਉਹ ਜ਼ਮੀਨ ਖੋਹਣ ਵਾਸਤੇ ਬਿੱਲ ਪਾਸ ਕੀਤਾ। ਲਗਾਤਾਰ ਘੱਟ ਕੀਮਤਾਂ ਦੇ ਕੇ ਕਿਸਾਨਾਂ ਨੂੰ ਇੰਨੇ ਕਮਜ਼ੋਰ ਕੀਤਾ ਗਿਆ ਕਿ ਉਹ ਇਸ ਹਾਲਾਤ ਤੇ ਪਹੁੰਚ ਜਾਣ ਕਿ ਖੇਤੀਬਾੜੀ ਛੱਡਣ ਤੇ ਮਜਬੂਰ ਹੋ ਜਾਣ। ਤੇ ਜਦੋਂ ਇਹੋ ਜਿਹੇ ਕਾਨੂੰਨ ਦੇ ਨਾਲ ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਇੱਥੇ ਆਉਣਗੀਆਂ, ਜਦੋਂ ਵੱਡਾ ਇਨਵੈਸਟਮੈਂਟ ਕਰਨਗੀਆਂ ਤਾਂ ਕਿਸਾਨ ਆਪਣੇ ਆਪ ਜ਼ਮੀਨ ਦੇਣ ਲਈ ਮਜਬੂਰ ਹੋਏਗਾ। ਪਰ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਉਹ ਲੋਕ ਨੇ ਜਿਨ੍ਹਾਂ ਤੇਗ ਦੇ ਜ਼ੋਰ ਤੇ ਉਸ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਜੂਝਦਿਆਂ ਇੱਥੋਂ ਦੇ ਮੁਗਲਾਂ ਕੋਲੋਂ ਜ਼ਮੀਨਾਂ ਖੋਹੀਆਂ ਤੇ ਇੱਥੇ ਖੁਦ ਕਾਸ਼ਤ ਕਰਨੀ ਸ਼ੁਰੂ ਕੀਤੀ। ਹਾਂ, ਵਕਤ ਦੀ ਮਾਰ ਪਈ ਇਸ ਕੌਮ ਨੂੰ, ਪਰ ਕੌਮ ਇੰਨੀ ਵੀ ਅੱਜ ਕਮਜ਼ੋਰ ਨਹੀਂ ਕਿ ਜਿਵੇਂ ਚਾਹੁੰਦੇ ਨੇ ਉਵੇਂ ਜ਼ਮੀਨ ਛੱਡ ਦੇਗੀ। ਤਾਂ ਇਸ ਤੋਂ ਇਲਾਵਾ ਇੱਕ ਦੁਨੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਕ੍ਰਾਈਸਿਸ ਪਾਣੀ ਦਾ ਤੇ ਅਨਾਜ ਦਾ ਵਾ। ਤੇ ਪਾਣੀ ਆਲਰੇਡੀ ਪੰਜਾਬ ਦਾ ਲੈ ਜਾ ਚੁੱਕੇ ਨੇ ਤੇ ਹੁਣ ਉਹਨਾਂ ਦੀ ਅੱਖ ਪੰਜਾਬ ਦੀ ਜ਼ਮੀਨ ਤੇ। ਪਰ ਪੰਜਾਬ ਦੇ ਕਿਸਾਨਾਂ ਨੇ ਇਹਨਾਂ ਦੀ ਨੀਤ ਨੂੰ ਇੱਕਦਮ ਸਮਝ ਲਿਆ ਤੇ ਪੰਜਾਬ ਅੱਜ ਸਾਰਾ ਉੱਠ ਖੜਾ ਹੋਇਆ। ਸਾਰੇ ਦੇਸ਼ ਨਾਲੋਂ ਜਿਹੜਾ ਵੱਡਾ ਸੰਘਰਸ਼ ਅੱਜ ਪੰਜਾਬ ਦੇ ਕਿਸਾਨ ਲੜ ਰਹੇ ਨੇ ਤੇ ਇੱਥੇ ਨਾਲ ਹੀ ਪੰਜਾਬ ਦੇ ਕਿਸਾਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਦਿੱਲੀ ਨੂੰ ਤੁਹਾਡੇ ਦਾਣਿਆਂ ਦੀ ਲੋੜ ਨਹੀਂ। ਤੁਸੀਂ ਆਪਣੇ ਦਾਣੇ ਕਿੱਥੇ ਵੇਚਣੇ, ਆਪਣੀ ਫਸਲਾਂ ਦੇ ਪ੍ਰੋਡਕਟ ਕਿੱਥੇ ਵੇਚਣੇ ਆ, ਉਹ ਮਾਰਕੀਟ ਤਲਾਸ਼ੋ। ਉਹ ਮਾਰਕੀਟ ਤੁਹਾਨੂੰ ਪੱਛਮ 'ਚ ਮਿਲੇਗੀ ਜਿੱਥੇ ਮਾਰੂਥਲ ਨੇ, ਜਿੱਥੇ ਜ਼ਮੀਨ ਹੇਠਾਂ ਤੇਲ ਵਾ। ਤੁਹਾਡੀ ਸਾਰੇ ਜਿੰਨਾ ਵੀ ਅਨਾਜ ਤੁਹਾਡਾ ਉੱਥੇ ਵੇਚ ਸਕਦਾ। ਪੱਛਮ ਵਾਲਾ ਅਨਾਜ ਆਪਣਾ ਵਪਾਰ ਖੋਲ੍ਹਣ ਲਈ ਸਰਕਾਰਾਂ ਨੂੰ ਪ੍ਰੈਸ਼ਰਾਈਜ਼ ਕਰੋ। ਆਪਣਾ ਪਾਣੀ ਜਿਹੜਾ ਰਾਜਸਥਾਨ ਨੂੰ ਜਾ ਰਿਹਾ, ਹਰਿਆਣੇ ਨੂੰ ਜਾ ਰਿਹਾ, ਉਹ ਵਾਪਸ ਲੈਣ ਲਈ। ਇਸ ਤੋਂ ਇਲਾਵਾ ਪੰਜਾਬ ਦੇ ਵਪਾਰੀਆਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਗੁਜਰਾਤ ਦਾ ਵਪਾਰੀ ਜਿਹੜਾ ਦੇਸ਼ ਦੀ ਵੰਡ ਤੋਂ ਲੈ ਕੇ ਹੁਣ ਤੱਕ ਕਦੀ ਮੁੰਬਈ ਤੋਂ ਕਰਾਚੀ ਤੱਕ ਚੱਲਦੇ ਸ਼ਿਪ ਬੰਦ ਨਹੀਂ ਹੋਏ, ਪਰ ਇੱਥੇ ਇੱਕ ਗੋਲੀ ਵੀ ਚੱਲਦੀ। ਵਾਘੇ ਦੇ ਉੱਤੇ ਖੜੇ ਸੈਂਕੜਿਆਂ ਦੀ ਗਿਣਤੀ 'ਚ ਟਰੱਕਾਂ ਦੇ ਵਿੱਚ ਇਹਨਾਂ ਦੀਆਂ ਚੀਜ਼ਾਂ ਗਲ ਜਾਂਦੀਆਂ, ਕੋਈ ਪੁੱਛਦਾ ਨਹੀਂ। ਪੰਜਾਬ ਦਾ ਵਪਾਰੀ ਵੀ ਇਸ ਖੇਡ ਨੂੰ ਸਮਝੇ ਕਿ ਸਾਰੀ ਗੱਲ ਕਿੱਧਰ ਨੂੰ ਘੁੰਮ ਰਹੀ ਆ। ਜੇ ਪੰਜਾਬ ਦੇ ਲੋਕ ਇਕਮੁੱਠ ਹੋ ਕੇ ਸੰਘਰਸ਼ ਲੜਨਗੇ ਤਾਂ ਜ਼ਰੂਰ ਕਾਮਯਾਬ ਹੋਣਗੇ। ਸੋ ਬਿਲਕੁਲ ਇਕਮੁੱਠਤਾ ਦੀ ਗੱਲ ਹੈ, ਏਕੇ ਦੀ ਗੱਲ ਹੈ। ਜੇ ਸੰਘਰਸ਼ ਢੰਗ ਨਾਲ ਲੜਿਆ ਜਾਏਗਾ ਤਾਂ ਇਹਦੇ ਵਿੱਚ ਕਾਮਯਾਬੀ ਹੋਣੀ ਬਿਲਕੁਲ ਤੈਅ ਆ। ਸੋ ਇਹ ਸਾਰਾ ਹਾਲ ਅਸੀਂ ਤੁਹਾਡੇ ਨਾਲ ਅੱਜ ਸਾਂਝਾ ਕੀਤਾ। ਉਮੀਦ ਕਰਦੇ ਹਾਂ ਕਿ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਇਹਦੇ ਕੋਈ ਚੰਗੇ ਨਤੀਜੇ ਵੇਖਣ ਨੂੰ ਮਿਲਣਗੇ।